ਹੈਲੋ एवरीवन ਵੈਲਕਮ ਟੂ ਸਟੇ ਸ਼ੌਕਤ ਸਟੱਡੀ ਬਿਕਮਸ ਈਜ਼ੀਅਰ। ਸੋ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਹੈਰੀਡਿਟੀ ਐਂਡ ਇਨਵਾਇਰਨਮੈਂਟ ਬਾਰੇ ਡਿਸਕਸ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ 4 ਲੈਕਚਰ ਜਿਹੜੇ ਸਾਈਕੋਲੋਜੀ ਦੇ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦੇ ਲਗਾ ਚੁੱਕੇ ਹਾਂ ਜੀ। ਉਹ ਵੀਡੀਓਜ਼ ਅਗਰ ਤੁਹਾਨੂੰ ਹਾਲ ਤੱਕ ਨਹੀਂ ਦੇਖਿਆ ਤਾਂ ਵੀਡੀਓ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਵੀਡੀਓਜ਼ ਨੂੰ ਦੇਖੋ, ਜਿਸ ਕਨਸੈਪਟਸ ਦੀ ਜਿਹੜੀ ਥੋੜੀ ਕਲੈਰਿਟੀ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਕੋਈ ਵੀ ਐਮਸੀਕਿਊ ਜਿਹੜਾ ਸੋਲਵ ਕਰ ਸਕਦੇ ਹੋ। ਸੋ ਉਸ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਨੈਕਸਟ ਲੈਕਚਰ, ਜਿਹਦੇ ਵਿੱਚ ਆਪਾਂ ਕਰਾਂਗੇ ਹੈਰੀਡਿਟੀ ਐਂਡ ਇਨਵਾਇਰਨਮੈਂਟ ਬਾਰੇ ਗੱਲ। ਸੋ ਜਿਸ ਦੇ ਵਿੱਚ ਆਪਾਂ ਨੇਚਰ ਐਂਡ ਨਰਚਰ ਜਿਹੜਾ ਡਿਬੇਟ ਹੈ ਉਸ ਦੇ ਬਾਰੇ ਵੀ ਇਸ ਵਿੱਚ ਗੱਲ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਇਸ ਤਰ੍ਹਾਂ ਦੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ। ਉੱਥੇ ਪ੍ਰੀਵੀਅਸ ਈਅਰ ਪੇਪਰਸ ਦੀ ਜੋ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਉਸ ਦੀ PDF ਐਂਡ ਉਸ ਦੇ ਸੋਲੂਸ਼ਨਸ ਤੁਹਾਨੂੰ ਉੱਥੋਂ ਹੀ ਮਿਲਣਗੇ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਸੋ ਸਭ ਤੋਂ ਪਹਿਲਾਂ ਆਪਾਂ ਹੈਰੀਡਿਟੀ ਦੀ ਗੱਲ ਕਰੀਏ ਤਾਂ ਹੈਰੀਡਿਟੀ ਕੀ ਹੈ। So heredity is a sum of all biological processes by which particular characteristics are transmitted from parents to their offsprings। ਮਤਲਬ ਹੈਰੀਡਿਟੀ ਜਿਸਨੂੰ ਪੰਜਾਬੀ ਦੇ ਵਿੱਚ ਅਨੁਵਾਂਸ਼ਿਕਤਾ ਜਾਂ ਜੱਦ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਹੁੰਦਾ ਕੀ ਹੈ ਕਿ ਆਪਣੇ ਪੇਰੈਂਟਸ ਤੋਂ ਉਸਦੇ ਆਉਣ ਵਾਲੀ ਨੈਕਸਟ ਜਨਰੇਸ਼ਨ ਦੇ ਵਿੱਚ ਜੋ ਗੁਣ ਟ੍ਰਾਂਸਫਰ ਹੁੰਦੇ ਨੇ ਥਰੂ ਕ੍ਰੋਮੋਸੋਮਸ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਹੈਰੀਡਿਟੀ। ਕਿ ਇੱਕ ਵਿਅਕਤੀ ਨੂੰ ਉਸਦੇ ਵਿੱਚ ਜੋ ਵੀ ਉਹਨਾਂ ਨੂੰ ਗੁਣ ਮਿਲਦੇ ਨੇ, ਜੋ ਵੀ ਉਹਨਾਂ ਨੂੰ ਫੀਚਰਸ ਮਿਲਦੇ ਨੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਮਿਲੀਆਂ ਹੁੰਦੀਆਂ ਨੇ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਹੈਰੀਡਿਟੀ ਦਾ ਪਾਰਟ ਕਹਿ ਦਿੰਦੇ ਹਾਂ। ਕਿਸ ਤਰ੍ਹਾਂ ਮਿਲਦੇ ਆ ਤੁਸੀਂ ਦੇਖ ਸਕਦੇ ਹੋ। ਜਦੋਂ ਵੀ ਇੱਕ ਬੱਚੇ ਦਾ ਜਨਮ ਹੁੰਦਾ, ਪਰਸਨ ਇਨਹੈਰਿਟਸ 50% ਆਫ ਈਚ ਪੇਰੈਂਟਸ ਜੈਨੇਟਿਕ ਮਟੀਰੀਅਲ। ਤਾਂ ਜੋ ਜੀਨਸ ਹੁੰਦੇ ਆ ਜੋ ਇਹਨਾਂ ਸਾਰੇ ਗੁਣ ਨੂੰ ਟ੍ਰਾਂਸਫਰ ਕਰਦੇ ਨੇ ਪੇਰੈਂਟਸ ਤੋਂ ਆਫਸਪ੍ਰਿੰਗ ਦੇ ਵਿੱਚ। ਜਿਹੜੇ ਗੁਣ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਯਾਨੀ ਕਿ ਆਪਣੇ ਫਾਦਰ ਤੋਂ ਆਪਣੇ ਮਦਰ ਦੋਨਾਂ ਤੋਂ 50% ਉਹ ਗੁਣ ਮਿਲਦੇ ਨੇ, ਟ੍ਰਾਂਸਫਰ ਕੀਤੇ ਜਾਂਦੇ ਨੇ। ਦੈਟ ਆਰ ਪਾਸਡ ਅਲੋਂਗ ਥਰੂ ਦਾ ਕ੍ਰੋਮੋਸੋਮਸ ਫਾਊਂਡ ਇਨ DNA। ਤਾਂ DNA ਦੇ ਵਿੱਚ ਕ੍ਰੋਮੋਸੋਮਸ ਹੁੰਦੇ ਨੇ, ਕ੍ਰੋਮੋਸੋਮਸ ਦੇ ਅੰਦਰ ਜੀਨਸ ਹੁੰਦੇ ਨੇ। ਸੋ ਬੇਸਿਕਲੀ ਜੀਨਸ ਦੇ ਥਰੂ ਹੀ ਜਿਹੜੇ ਗੁਣ ਨੇਗੇ, ਜਿਹੜੇ ਫੀਚਰਸ ਨੇਗੇ, ਉਹ ਪੇਰੈਂਟਸ ਆਫਸਪ੍ਰਿੰਗ ਦੇ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਨੇ। ਹਿਊਮਨ ਦੇ ਹਰ ਇੱਕ ਸੈੱਲ ਦੇ ਵਿੱਚ 23 ਪੇਅਰਸ ਆਫ ਕ੍ਰੋਮੋਸੋਮਸ ਹੁੰਦੇ ਨੇ। ਇਸ ਦੀ ਆਪਾਂ ਗਿਣਤੀ ਕਰੀਏ ਤਾਂ ਟੋਟਲ ਨੰਬਰ ਆਫ ਕ੍ਰੋਮੋਸੋਮਸ ਜਿਹੜੇ ਆ 46 ਹੁੰਦੇ ਹਨ, ਜੋ 23 ਪੇਅਰ ਦੇ ਵਿੱਚ ਹੁੰਦੇ ਨੇ। ਨੰਬਰਿੰਗ ਦੇ ਵਿੱਚ ਉਹ 46 ਹੁੰਦੇ ਨੇ। ਔਰ ਉਹਨਾਂ ਦੇ ਵਿੱਚੋਂ ਜੋ 23rd ਪੇਅਰ ਹੁੰਦਾ ਜੀ, ਉਹ ਉਸਨੂੰ ਆਪਾਂ ਕਹਿੰਦੇ ਹਾਂ ਸੈਕਸ ਸੈਲਸ, ਜਿਸ ਤੋਂ ਡਿਫਾਈਨ ਹੁੰਦਾ ਹੈ ਕਿ ਜਿਹੜਾ ਬੱਚਾ ਹੋਏਗਾ ਉਹਦਾ ਉਹ ਲੜਕਾ ਹੋਏਗਾ ਜਾਂ ਲੜਕੀ ਹੋਏਗੀ, ਉਹ 23rd ਪੇਅਰ ਤੋਂ ਆਪਾਂ ਨੂੰ ਡਿਸਾਈਡ ਹੁੰਦਾ। 23 ਪੇਅਰਸ ਹੁੰਦੇ ਨੇ ਤੇ ਉਹਦੇ ਵਿੱਚ ਜਿਹੜੇ 22 ਪੇਅਰ ਹੁੰਦੇ ਆ ਦੋਨਾਂ ਦੇ ਹੀ ਸੇਮ ਹੁੰਦੇ ਆ, ਯਾਨੀ ਕਿ ਮੇਲ ਔਰ ਫੀਮੇਲ ਦੋਨਾਂ ਦੇ 22 ਪੇਅਰਸ ਕ੍ਰੋਮੋਸੋਮਸ ਉਹ ਸੇਮ ਹੁੰਦੇ ਆ, ਲੇਕਿਨ 23rd ਪੇਅਰ ਜਿਹੜਾ ਉਹ ਡਿਫਰੈਂਟ ਹੁੰਦਾ ਹੈ। ਇਸਨੂੰ ਆਪਾਂ ਸੈਕਸ ਸੈਲਸ ਕਹਿੰਦੇ ਹਾਂ, ਜਿਹਦੇ ਵਿੱਚ ਮੇਲ ਦੇ ਵਿੱਚ ਜਿਹੜਾ ਹੁੰਦਾ ਉਸਨੂੰ ਆਪਾਂ ਸਪਰਮ ਕਹਿੰਦੇ ਹਾਂ ਤੇ ਫੀਮੇਲ ਦੇ ਵਿੱਚ ਜੋ ਹੁੰਦਾ ਉਸਨੂੰ ਆਪਾਂ ਐਗ ਕਹਿੰਦੇ ਹਾਂ। ਤੇ ਦੋਨਾਂ ਦੇ ਜਿੱਥੇ ਦੋਨੋਂ ਯੂਨਾਈਟ ਹੁੰਦੇ ਨੇ ਉੱਥੇ ਫਰਟੀਲਾਈਜੇਸ਼ਨ ਹੁੰਦੀ ਹੈ। ਤਾਂ ਦੋਨੋਂ ਫਰਟੀਲਾਈਜੇਸ਼ਨ ਤੋਂ ਬਾਅਦ ਇੱਕ ਨਵਾਂ ਜੋ ਸੈੱਲ ਬਣਦਾ ਹੈ ਉਸਨੂੰ ਆਪਾਂ ਕਹਿੰਦੇ ਹਾਂ ਜ਼ਾਈਗੋਟ। ਡਾਇਗਰਾਮ ਦੇ ਵਿੱਚ ਇੱਕ ਪਾਸੇ ਆਪਾਂ ਲਿਖਿਆ ਜੀ ਮੇਲ, ਯਾਨੀ ਕਿ ਇਸ ਦੇ ਵਿੱਚ ਮੇਲ ਸੈਕਸ ਸੈਲ ਦੀ ਗੱਲ ਕੀਤੀ ਜਾ ਰਹੀ ਹੈ, ਤੇ ਦੂਸਰੇ ਪਾਸੇ ਆਪਾਂ ਲਿਖਿਆ ਫੀਮੇਲ, ਐਫ ਤੋਂ ਮਤਲਬ ਹੈ ਫੀਮੇਲ। ਜਿੱਥੇ ਫੀਮੇਲ ਸੈਕਸ ਸੈਲ ਦੀ ਗੱਲ ਕੀਤੀ ਜਾ ਰਹੀ ਹੈ, ਮੇਲ ਦੇ ਸੈਕਸ ਸੈਲ ਨੂੰ ਕਿਹਾ ਜਾਂਦਾ ਹੈ ਸਪਰਮ, ਔਰ ਫੀਮੇਲ ਦੇ ਨੂੰ ਕਿਹਾ ਜਾਂਦਾ ਹੈ ਐਗ ਜਾਂ ਓਵਾ ਕਿਹਾ ਜਾਂਦਾ ਹੈ। ਤਾਂ ਮੇਲ ਦਾ ਜੋ ਸਪਰਮ ਸੈੱਲ ਹੈ ਉਸਦੇ ਵਿੱਚੋਂ 23 ਜਿਹੜਾ ਉਹ ਡੋਨੇਟ ਕਰਦਾ ਇੱਕ ਤਰੀਕੇ ਨਾਲ, ਤੇ ਫੀਮੇਲ ਦੇ ਪਾਸ ਦੇ ਵਿੱਚੋਂ 23 ਜਿਹੜੇ ਆ ਉਹ ਫਰਟੀਲਾਈਜੇਸ਼ਨ ਲਈ ਜਾਂਦੇ ਆ। ਸੋ 23 ਔਰ 23 ਮਿਲਾ ਕੇ ਅਗੇਨ ਜਿਹੜਾ 46 ਨੰਬਰ ਆਫ ਕ੍ਰੋਮੋਸੋਮਸ ਬਣਨੇ। ਇਹ ਜਿਹੜੇ ਨਵੇਂ 46 ਨੰਬਰ ਆਫ ਕ੍ਰੋਮੋਸੋਮਸ ਬਣੇ, ਇਹ ਬਣਦੇ ਆ ਜੀ ਅਗਲੀ ਨੈਕਸਟ ਜਨਰੇਸ਼ਨ ਦੇ, ਤੇ ਇਸ ਤੋਂ ਹੀ ਅੱਗੇ ਜਿਹੜਾ ਇੱਕ ਬੇਬੀ ਜਿਹੜਾ ਉਹ ਬਣਦਾ। ਸੋ ਫਿਲਹਾਲ ਜਿਹੜਾ 46 ਦਾ ਇੱਕ ਨਵਾਂ ਸੈੱਲ ਬਣਿਆ, ਇਸ ਨੂੰ ਆਪਾਂ ਕਹਿੰਦੇ ਆ ਜ਼ਾਈਗੋਟ। ਤਾਂ ਨਵੇਂ ਜਿਹੜਾ ਬੇਬੀ ਹੋਏਗਾ ਜੀ ਉਹਦੇ ਵਿੱਚ 50% ਜਿਹੜੇ ਉਹ ਮੇਲ ਦੇ ਫੀਚਰਸ ਆਉਂਦੇ ਆ, 50% ਜਿਹੜੇ ਫੀਮੇਲ ਦੇ ਫੀਚਰਸ ਆਉਂਦੇ ਆ, ਕਿਉਂਕਿ ਇਹਨਾਂ ਕ੍ਰੋਮੋਸੋਮਸ ਦੇ ਅੰਦਰ ਹੀ ਜੀਨਸ ਹੁੰਦੇ ਆ, ਜਿਸ ਤੋਂ ਇਹ ਸਾਰੇ ਫੀਚਰਸ ਜਿਹੜੇ ਆ ਉਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ ਇਨਹੈਰਿਟਡ ਹੁੰਦੇ ਆ, ਯਾਨੀ ਕਿ ਅੱਗੇ ਟ੍ਰਾਂਸਮਿਟ ਕੀਤੇ ਜਾਂਦੇ ਨੇ। ਤਾਂ ਇਸ ਤਰ੍ਹਾਂ ਜਿਹੜਾ ਇੱਕ ਬੱਚੇ ਦੇ ਵਿੱਚ ਆਪਣੇ ਜਿਹੜੇ ਜੈਨੇਟਿਕਲ ਗੁਣ ਹੁੰਦੇ ਨੇ ਉਹ ਮੇਲ ਯਾਨੀ ਕਿ ਆਪਣੇ ਫਾਦਰ ਔਰ ਮਦਰ ਦੋਨਾਂ ਤੋਂ ਹੀ ਉਸਨੂੰ ਮਿਲਦੇ ਨੇ। ਇੱਕ ਵਾਰ ਲਿਖਿਆ ਹੋਇਆ ਵੀ ਪੜ੍ਹ ਸਕਦੇ ਹੋ। ਈਚ ਹਿਊਮਨ ਸੈਲ ਐਕਸੈਪਟ ਸੈਕਸ ਸੈਲਸ ਕੰਟੇਨਸ 23 ਪੇਅਰਸ ਆਫ ਕ੍ਰੋਮੋਸੋਮਸ, ਅ ਟੋਟਲ ਆਫ 46। ਤਾਂ ਸੈਕਸ ਸੈਲਸ ਦਾ ਸਪਰਮ ਜਿਹੜਾ ਕਿ ਮੇਲ ਦੇ ਵਿੱਚ ਹੁੰਦਾ ਹੈ, ਐਂਡ ਦਾ ਐਗ ਜੋ ਫੀਮੇਲ ਦੇ ਵਿੱਚ ਹੁੰਦਾ ਹੈ, ਈਚ ਕੰਟੇਨ 23 ਕ੍ਰੋਮੋਸੋਮਸ। ਹਰ ਇੱਕ ਦੇ ਵਿੱਚ 23 ਕ੍ਰੋਮੋਸੋਮਸ ਹੁੰਦੇ ਆ ਜੋ ਫਰਟੀਲਾਈਜੇਸ਼ਨ ਲਈ ਜਾਂਦੇ ਆ, ਬਟ ਫਾਰਮ ਅ ਟੋਟਲ ਆਫ 46 ਵੈਨ ਦੇ ਯੂਨਾਈਟ। ਤਾਂ ਜਦੋਂ ਦੋਨੋਂ ਮਿਲ ਜਾਂਦੇ ਆ 23 ਉਸਦੇ ਟੋਟਲ 46 ਹੋ ਜਾਣਗੇ, ਤੇ ਯੂਨਾਈਟ ਦਾ ਮਤਲਬ ਜਿੱਥੇ ਫਰਟੀਲਾਈਜੇਸ਼ਨ ਹੋਏਗੀ। ਸੋ ਕ੍ਰੋਮੋਸੋਮਸ ਆਰ ਸਟ੍ਰੈਂਡਸ ਆਫ DNA। ਤਾਂ DNA ਦੇ ਉੱਤੇ ਜੋ ਸਟ੍ਰੈਂਡਸ ਲੱਗੇ ਹੁੰਦੇ ਨੇ ਉਹਨਾਂ ਨੂੰ ਹੀ ਕ੍ਰੋਮੋਸੋਮਸ ਕਹਿੰਦੇ ਨੇ। ਔਰ ਕ੍ਰੋਮੋਸੋਮਸ ਜਿਹੜੇ ਆ ਕ੍ਰੋਮੋਸੋਮਸ ਹੀ ਜਿਹੜਾ ਜੀਨਸ ਨੂੰ ਕੈਰੀ ਕਰਦੇ ਆ। ਤੁਸੀਂ ਇਹਦੀ ਪਹਿਲਾਂ ਫੁੱਲ ਫਾਰਮ ਡੀਓਕਸੀ ਰਾਈਬੋ ਨਿਊਕਲਿਕ ਐਸਿਡ, ਕਈ ਵਾਰ ਐਗਜ਼ਾਮ 'ਚ ਇਹ ਵੀ ਪੁੱਛ ਲਿੱਤੀ ਜਾਂਦੀ ਹੈ, ਇਸਨੂੰ ਤੁਸੀਂ ਯਾਦ ਰੱਖਿਓ ਡੀਓਕਸੀ ਰਾਈਬੋ ਨਿਊਕਲਿਕ ਐਸਿਡ। ਤੇ ਇਸਨੂੰ ਇਸ ਤਰ੍ਹਾਂ ਤੋੜ ਕੇ ਯਾਦ ਕਰ ਲਓ ਡੀਓਕਸੀ ਰਾਈਬੋ ਨਿਊਕਲਿਕ ਐਸਿਡ। ਸੋ ਇਹ DNA ਜੋ ਕਿ ਸੈੱਲ ਦੇ ਨਿਊਕਲੀਆਈ ਦੇ ਵਿੱਚ ਪਿਆ ਹੁੰਦਾ, ਦੈਟ ਕੈਰੀ ਜੈਨੇਟਿਕ ਇਨਫੋਰਮੇਸ਼ਨ ਦੈਟ ਇਜ਼ ਕੋਲਡ ਜੀਨਸ। ਤੋਂ ਜੀਨਸ ਨੂੰ ਕੈਰੀ ਕਰਦੇ ਆ। ਸੋ ਇਸ ਤਰ੍ਹਾਂ ਜਿਹੜਾ ਹੈ ਹੈਰੀਡਿਟੀ ਯਾਨੀ ਕਿ ਇਸ ਤਰ੍ਹਾਂ ਜਿਹੜੇ ਫੀਚਰਸ ਹੈ ਗੁਣ ਹੈਗੇ ਆ ਉਹ ਜੀਨਸ ਦੇ ਥਰੂ ਪੇਰੈਂਟਸ ਆਫਸਪ੍ਰਿੰਗ ਦੇ ਵਿੱਚ ਟ੍ਰਾਂਸਮਿਟ ਕੀਤੇ ਜਾਂਦੇ ਨੇ। ਹੈਰੀਡਿਟੀ ਐਕਚੁਅਲੀ ਹੁੰਦੀ ਹੈ ਕਿ ਇਹ ਹੈਰੀਡਿਟੀ ਪ੍ਰੋਵਾਈਡ ਕਰਦੀ ਹੈ ਇਜ਼ ਦ ਬੇਸਿਸ ਫॉर ਡਿਵੈਲਪਮੈਂਟ ਆਫ ਹਿਊਮਨ ਪਰਸਨੈਲਿਟੀ, ਕਿਉਂਕਿ ਜੋ ਡਿਵੈਲਪਮੈਂਟ ਹੈ, ਜੋ ਵਿਕਾਸ ਹੈ, ਉਹ ਆਪਣੀ ਹੈਰੀਡਿਟੀ ਤੋਂ ਹੀ ਸ਼ੁਰੂ ਹੁੰਦਾ। ਇਸ ਤਰ੍ਹਾਂ ਜਦੋਂ ਆਪਣੇ ਗੁਣ ਜਿਹੜੇ ਹੈ ਯਾਨੀ ਕਿ ਟ੍ਰਾਂਸਫਰੈਂਸ ਜੀਨਸ ਜਿਹੜੀਆਂ ਉਹ ਟ੍ਰਾਂਸਮਿਟ ਕੀਤੇ ਜਾਂਦੇ ਤੋਂ ਹੀ ਇੱਕ ਆਫਸਪ੍ਰਿੰਗ ਜਿਹੜਾ ਬਣਨਾ ਸ਼ੁਰੂ ਹੁੰਦਾ, ਤੇ ਆਪਣੀ ਜਿਹੜੀ ਡਿਵੈਲਪਮੈਂਟ ਆਫਸਪ੍ਰਿੰਗ ਦੀ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸੋ ਹੈਰੀਡਿਟੀ ਆਪਾਂ ਕਹਿ ਸਕਦੇ ਹਾਂ ਉਹ ਹੈਰੀਡਿਟੀ ਇਜ਼ ਵਟ ਵੀ ਆਰ ਬੋਰਨ ਵਿਦ। ਜਿਸ ਚੀਜ਼ ਨਾਲ ਆਪਾਂ ਬੋਰਨ ਹੁੰਦੇ ਹਾਂ ਤਾਂ ਉਹ ਸਾਰੀ ਚੀਜ਼ ਯਾਨੀ ਕਿ ਇੱਕ ਬੇਸ ਹੈ। ਡਿਵੈਲਪਮੈਂਟ ਇੱਥੋਂ ਹੀ ਸ਼ੁਰੂ ਹੁੰਦੀ ਹੈ, ਹੈਰੀਡਿਟੀ ਤੋਂ ਹੀ ਸ਼ੁਰੂ ਹੁੰਦੀ ਹੈ। ਇੱਕ ਬੱਚਾ ਕੀ ਕਰ ਸਕਦਾ ਹੈ, ਹੈਰੀਡਿਟੀ ਕੀ ਡਿਸਾਈਡ ਕਰਦੀ ਹੈ। ਸੋ
ਹੈਰੀਡਿਟੀ ਕੰਟਰੋਲ ਕਰਦੀ ਹੈ ਨੋਟ ਓਨਲੀ ਫਿਜ਼ੀਕਲ ਟ੍ਰੇਟਸ। ਸਭ ਨੂੰ ਲੱਗਦਾ ਹੈ ਕਿ ਸਿਰਫ ਫਿਜ਼ੀਕਲ ਟ੍ਰੇਟਸ ਹੀ ਡਿਸਾਈਡ ਕਰਦੀ ਹੈ, ਬਟ ਨਹੀਂ, ਇਹ ਫਿਜ਼ੀਕਲ ਟ੍ਰੇਟਸ ਲਾਈਕ ਹਾਈਟ, ਸਕਿਨ, ਹੇਅਰ ਜਾਂ ਆਈ ਕਲਰ ਤੋਂ ਇਲਾਵਾ ਇਹ ਚੀਜ਼ ਵੀ ਡਿਸਾਈਡ ਕਰਦੀ ਹੈ ਕਿ ਸਾਹਮਣੇ ਵਾਲੇ ਦੀ ਮੈਡੀਕਲ ਕੰਡੀਸ਼ਨਸ ਕਿਸ ਤਰ੍ਹਾਂ ਹੋਏਗੀ। ਤੁਸੀਂ ਦੇਖਿਆ ਹੋਏਗਾ ਕਈ ਬਿਮਾਰੀਆਂ ਕੁਛ ਇੱਦਾਂ ਦੀਆਂ ਹੁੰਦੀਆਂ ਨੇ ਜੋ ਜੈਨੇਟਿਕ ਪ੍ਰੋਬਲਮਸ ਹੁੰਦੀਆਂ ਨੇ, ਜੋ ਅਗਰ ਪੇਰੈਂਟਸ ਨੂੰ ਹੋਣ ਤਾਂ ਉਹ ਬੱਚਿਆਂ ਨੂੰ ਵੀ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੀ ਮੈਡੀਕਲ ਕੰਡੀਸ਼ਨਸ ਵੀ ਟਰਾਂਸਮਿਟ ਹੁੰਦੀਆਂ ਨੇ। ਮੋਰਲ ਯਾਨੀ ਕਿ ਇੱਕ ਵਿਅਕਤੀ ਦੀ ਜੋ ਸੋਚ ਹੈਗੀ ਹੈ ਕਈ ਵਾਰ ਉਹ ਵੀ ਜਿਹੜੀ ਹੈ ਉਸ 'ਤੇ ਵੀ ਇਫੈਕਟ ਪੈਂਦਾ ਹੈ। ਬੱਚੇ ਦੀ ਸੋਚਣ ਸ਼ਕਤੀ ਕਿਸ ਤਰ੍ਹਾਂ ਦੀ ਹੈ ਉਹ ਚੀਜ਼ ਵੀ ਜਿਹੜੀ ਪ੍ਰਭਾਵਿਤ ਹੁੰਦੀ ਹੈ। ਇੰਟੈਲੀਜੈਂਸ ਯਾਨੀ ਕਿ ਬੌਧਿਕ ਵਿਕਾਸ ਵੀ ਜਿਹੜਾ ਇੱਕ ਬੱਚੇ ਦਾ ਡਿਸਾਈਡ ਹੁੰਦਾ ਹੈ। ਸੋ ਕਈ ਸਾਰੀਆਂ ਚੀਜ਼ਾਂ 'ਤੇ ਇਫੈਕਟ ਪਾਉਂਦੀ, ਸਿਰਫ ਫਿਜ਼ੀਕਲ 'ਤੇ ਹੀ ਇਫੈਕਟ ਨਹੀਂ ਪਾਉਂਦੀ। ਸੋ ਹੈਰੀਡਿਟੀ ਫਿਜ਼ੀਕਲ ਦੇ ਨਾਲ ਨਾਲ ਇੱਕ ਵਿਅਕਤੀ ਦੀ ਸੋਚ 'ਤੇ, ਉਹਨਾਂ ਦੀ ਸੋਚਣ ਸ਼ਕਤੀ 'ਤੇ, ਉਸਦੀ ਮੈਡੀਕਲ ਕੰਡੀਸ਼ਨ 'ਤੇ, ਉਸਦੀ ਇੰਟੈਲੀਜੈਂਸ ਯਾਨੀ ਕਿ ਬੌਧਿਕ ਵਿਕਾਸ 'ਤੇ ਉਸਦਾ ਇਮੋਸ਼ਨਲ ਵਿਕਾਸ ਜਿਹੜਾ ਕਿਸ ਤਰ੍ਹਾਂ ਯਾਨੀ ਕਿ ਭਾਵਨਾਤਮਕ ਵਿਕਾਸ ਦਾ ਹਰ ਇੱਕ ਆਸਪੈਕਟ 'ਤੇ ਜਿਹੜਾ ਹੈਰੀਡਿਟੀ ਇਫੈਕਟ ਕਰਦੀ ਹੈ। ਹੈਰੀਡਿਟੀ ਸੈਟਸ ਦਾ ਲਿਮਿਟ ਟੂ ਹਾਊ ਫਾਰ ਐਨ ਇੰਡੀਵਿਜੂਅਲ ਕੈਨ ਗੋ। ਸੋ ਇੱਕ ਵਿਅਕਤੀ ਦਾ ਵਿਕਾਸ ਕਿਸ ਹੱਦ ਤੱਕ ਹੋਏਗਾ ਯਾਨੀ ਕਿ ਉਸਦੀ ਕੈਪੇਬਿਲਿਟੀਜ਼ ਜਿਹੜੀ ਹੈ, ਉਸਦੀ ਯੋਗਤਾਵਾਂ ਜਿਹੜੀਆਂ ਨੇ ਉਹ ਡਿਸਾਈਡ ਕਰਦੀ ਹੈ ਹੈਰੀਡਿਟੀ, ਕਿਉਂਕਿ ਉਸਦੀ ਡਿਵੈਲਪਮੈਂਟ ਜਿਹੜੀ ਹੈ ਉਹ ਹੈਰੀਡਿਟੀ ਤੋਂ ਹੀ ਸ਼ੁਰੂ ਹੁੰਦੀ ਹੈ, ਔਰ ਉਹ ਕਿੰਨਾ ਅੱਗੇ ਤੱਕ ਜਾਏਗਾ, ਉਸਦਾ ਵਿਕਾਸ, ਉਸਦੀ ਸੋਚਣ ਸ਼ਕਤੀ, ਉਸਦਾ ਬੌਧਿਕ ਸ਼ਕਤੀ ਜਿਹੜੀ ਹੈ ਉਹ ਕਿੰਨੀ ਹੋਏਗੀ, ਇਹ ਚੀਜ਼ ਜਿਹੜੀ ਉਹ ਹੈਰੀਡਿਟੀ ਤੋਂ ਹੀ ਡਿਫਾਈਨ ਹੁੰਦੀ ਹੈ। ਲੇਕਿਨ ਇਸਦੇ ਇਹ ਵੀ ਆਪਾਂ ਨੂੰ ਸੋਚਣ ਵਾਲੀ ਗੱਲ ਹੈ ਕਿ ਹਰ ਇੱਕ ਚੀਜ਼ ਯਾਨੀ ਕਿ ਡਿਵੈਲਪਮੈਂਟ ਜਿਹੜੀ ਉਹ ਸਿਰਫ ਹੈਰੀਡਿਟੀ 'ਤੇ ਬੇਸ ਨਹੀਂ ਹੈ। ਹੈਰੀਡਿਟੀ ਦੇ ਨਾਲ ਨਾਲ ਇੱਕ ਵਿਅਕਤੀ ਨੂੰ ਐਨਵਾਇਰਨਮੈਂਟ ਵੀ ਚਾਹੀਦਾ ਹੁੰਦਾ। ਤੁਸੀਂ ਦੇਖਿਆ ਹੋਏਗਾ, ਸੁਣਿਆ ਹੋਏਗਾ, ਐਜੂਕੇਸ਼ਨ ਦੀ ਗੱਲ ਕਰ ਲਈਏ, ਇਹਦਾ ਮਤਲਬ ਕੀ ਹੁੰਦਾ ਹੈ, ਐਜੂਕੇਸ਼ਨ ਦੇਣ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਵਿਅਕਤੀ ਦੇ ਅੰਦਰ ਜੋ ਆਲਰੇਡੀ ਗੁਣ ਹੈਗੇ ਆ ਉਹਨਾਂ ਨੂੰ ਡਿਵੈਲਪ ਕਰਨਾ, ਉਸਨੂੰ ਬਾਹਰ ਲੈ ਕੇ ਆਉਣਾ। ਸੋ ਆਲਰੇਡੀ ਜੋ ਗੁਣ ਹੈਗੇ ਡਿਵੈਲਪ ਉਹੀ ਹੋਣਗੇ, ਲੇਕਿਨ ਉਹ ਡਿਵੈਲਪ ਕਦੋਂ ਹੋਣਗੇ, ਕਿਵੇਂ ਹੋਣਗੇ, ਅਗਰ ਉਹਨਾਂ ਨੂੰ ਵਧੀਆ ਇਨਵਾਇਰਨਮੈਂਟ ਦਿੱਤਾ ਜਾਏਗਾ। ਸੋ ਅਗਰ ਇਨਵਾਇਰਨਮੈਂਟ ਵਧੀਆ ਨਹੀਂ ਹੋਏਗਾ ਤਾਂ ਉਹ ਚੀਜ਼ ਵੀ ਜਿਹੜੀ ਹੈ ਡਿਵੈਲਪ ਨਹੀਂ ਹੋ ਪਾਏਗੀ। ਇਨਵਾਇਰਨਮੈਂਟ ਜਿਹੜਾ ਬਹੁਤ ਜ਼ਰੂਰੀ ਹੈ ਕਿਸੇ ਵਿਅਕਤੀ ਦੇ ਵਿਕਾਸ ਦੇ ਲਈ। ਸਿਰਫ ਇਨਵਾਇਰਨਮੈਂਟ ਦੇ ਐਸਪੈਕਟ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਇਨਵਾਇਰਨਮੈਂਟ ਕੀ ਹੈ ਜੀ? ਇਨਵਾਇਰਨਮੈਂਟ ਕੀ ਹੈ? ਇਨਵਾਇਰਨਮੈਂਟ ਇਨਕਲੂਡਸ ਆਲ ਐਸਪੈਕਟਸ ਆਫ ਸਰਾਊਂਡਿੰਗਸ ਐਕਸੈਪਟ ਜੀਨਸ ਆਫ ਐਨ ਇੰਡੀਵਿਜੂਅਲ। ਜੋ ਜੀਨਸ ਨਹੀਂ ਹੈ ਉਸ ਤੋਂ ਇਲਾਵਾ ਇੱਕ ਵਿਅਕਤੀ ਨੂੰ ਜੋ ਵੀ ਪ੍ਰਭਾਵਿਤ ਕਰਦਾ, ਉਸਦੇ ਸਰਾਊਂਡਿੰਗਸ ਦੇ ਵਿੱਚ ਜੋ ਵੀ ਚੀਜ਼ ਹੈ ਜੋ ਕਿ ਇੰਡੀਵਿਜੂਅਲ 'ਤੇ ਇਫੈਕਟ ਕਰਦੀ ਹੈ, ਉਹ ਸਾਰੀ ਚੀਜ਼ ਜਿਹੜੀ ਇਨਵਾਇਰਨਮੈਂਟ ਦੇ ਵਿੱਚ ਆ ਜਾਂਦੀ ਹੈ। ਸੋ ਇਨਵਾਇਰਨਮੈਂਟ ਕੰਸਿਸਟਸ ਆਫ ਵੇਰੀਅਸ ਟਾਈਪਸ ਆਫ ਫੋਰਸਿਸ ਲਾਈਕ ਫਿਜ਼ੀਕਲ, ਸੋਸ਼ਲ, ਮੋਰਲ, ਇਕਨੋਮਿਕਲ, ਪੋਲੀਟੀਕਲ, ਕਲਚਰਲ, ਇਮੋਸ਼ਨਲ ਫੋਰਸਿਸ। ਸੋ ਇਨਵਾਇਰਨਮੈਂਟ ਦੇ ਵਿੱਚ ਹਰ ਇੱਕ ਆਸਪੈਕਟ, ਹਰ ਇੱਕ ਚੀਜ਼ ਆ ਜਾਂਦੀ ਹੈ ਜੋ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਉਹ ਆਰਥਿਕ ਵਾਤਾਵਰਨ ਹੋਵੇ, ਪੋਲੀਟੀਕਲ, ਗਵਰਨਮੈਂਟ ਦੇ ਜੋ ਰੂਲਸ ਹੁੰਦੇ ਆ, ਉਹ ਉੱਥੋਂ ਦੀ ਜਿਹੜੀ ਸੋਚ ਹੁੰਦੀ ਹੈ, ਗਵਰਨਮੈਂਟ ਦੀ ਜੋ ਸੋਚ ਹੁੰਦੀ ਹੈ ਜਾਂ ਲੋਕਾਂ ਦੀ ਜੋ ਸੋਚ ਹੁੰਦੀ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਚੱਲਣ ਹੈ, ਹਰ ਇੱਕ ਚੀਜ਼ ਉੱਥੇ ਸੱਭਿਆਚਾਰ ਕਿੱਦਾਂ ਦਾ ਹੈ, ਉੱਥੋਂ ਦੇ ਲੋਕਾਂ ਦਾ ਜੋ ਇਮੋਸ਼ਨਲ ਭਾਵਨਾਤਮਕ ਜੋ ਵਿਕਾਸ ਹੈ ਉਹ ਕਿੱਦਾਂ ਦਾ ਹੈ। ਸੋ ਜਾਂ ਭਾਵਨਾਤਮਕ ਵਾਤਾਵਰਨ ਕਿਸ ਤਰ੍ਹਾਂ ਦਾ ਹੈ, ਹਰ ਇੱਕ ਚੀਜ਼ ਜਿਹੜੀ ਇੱਕ ਵਿਅਕਤੀ ਨੂੰ ਇਫੈਕਟ ਕਰਦੀ ਹੈ, ਤਾਂ ਉਹ ਸਾਰੀ ਚੀਜ਼ ਜਿਹੜੇ ਇਨਵਾਇਰਨਮੈਂਟ ਦੇ ਵਿੱਚ ਆ ਜਾਂਦੀ ਹੈ। ਸੋ ਦੀ ਫੈਕਟਰਸ ਇਨਫਲੂਐਂਸ ਦਾ ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ। ਇਹ ਸਾਰੀਆਂ ਹੀ ਚੀਜ਼ਾਂ ਇੱਕ ਵਿਅਕਤੀ ਦੇ ਡਿਵੈਲਪਮੈਂਟ ਨੂੰ ਇਫੈਕਟ ਕਰਦੀਆਂ ਨੇ। ਇੱਕ ਵਿਅਕਤੀ ਦੇ ਵਿੱਚ ਜੋ ਗੁਣ ਹੁੰਦੇ ਨੇ ਉਹੀ ਜਿਹੜੀ ਚੀਜ਼ ਆ ਉਹ ਬਾਹਰ ਨਿਕਲ ਕੇ ਆਏਗੀ। ਕਿ ਅਗਰ ਅੱਛਾ ਸਿੰਗਰ ਹੈ ਤਾਂ ਇੱਕ ਅੱਛਾ ਸਿੰਗਰ ਜਿਹੜਾ ਬਾਹਰ ਨਿਕਲ ਕੇ ਆਏਗਾ, ਲੇਕਿਨ ਉਸਨੂੰ ਅੱਛਾ ਸਿੰਗਰ ਬਣਨ ਦੇ ਲਈ ਜਿਹੜਾ ਹੈ ਉਹ ਇੱਕ ਇਨਵਾਇਰਨਮੈਂਟ ਦੀ ਜ਼ਰੂਰਤ ਹੈ, ਇੱਕ ਮਾਹੌਲ ਦੀ ਜ਼ਰੂਰਤ ਹੈ, ਇੱਕ ਅੱਛੀ ਕੋਚਿੰਗ ਦੀ ਜ਼ਰੂਰਤ ਹੈ। ਅਗਰ ਕਿਸੇ ਨੂੰ ਸਹੀ ਇਨਵਾਇਰਨਮੈਂਟ, ਸਹੀ ਮਾਹੌਲ ਨਾ ਦਿੱਤਾ ਜਾਵੇ ਤਾਂ ਜੋ ਉਹਦੇ ਹੈਰੀਡਿਟੀ ਦੇ ਵਿੱਚ ਜੋ ਉਸਨੂੰ ਗੁਣ ਮਿਲੇ ਨੇ ਉਹ ਵੀ ਡਿਵੈਲਪ ਨਹੀਂ ਹੋਣਗੇ, ਉਹ ਸਾਰੀ ਵੀ ਚੀਜ਼ਾਂ ਜਿਹੜੀਆਂ ਵੇਸਟ ਚਲੀ ਜਾਣਗੀਆਂ। ਸੋ ਤੁਸੀਂ ਦੇਖਿਆ ਹੋਏਗਾ, ਮੰਨ ਲਓ ਅਗਰ ਕੋਈ ਇੱਕ ਵਿਅਕਤੀ ਹੈ, ਉਸਦਾ ਜੋ ਬੌਧਿਕ ਵਿਕਾਸ ਹੈ ਬਹੁਤ ਅੱਛਾ ਹੈ, ਉਹਦੀ ਜਿਹੜੀ ਬੁੱਧੀ ਹੈ ਬਹੁਤ ਤੀਵਰ ਬੁੱਧੀ ਹੈ, ਮੰਨ ਲਓ ਮੈਥ ਦੀ, ਰੀਜ਼ਨਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ ਹੈ, ਲੇਕਿਨ ਅਗਰ ਉੱਥੋਂ ਦੀ ਮੰਨ ਲਓ ਗਵਰਨਮੈਂਟ ਦੀਆਂ ਜੋ ਪੋਲਿਸੀਜ਼ ਹੈ ਕੁਛ ਇਸ ਤਰ੍ਹਾਂ ਦੀਆਂ ਜਾਂ ਉੱਥੋਂ ਦਾ ਮਾਹੌਲ ਕੁਛ ਇਸ ਤਰ੍ਹਾਂ ਦਾ ਕਿ ਉਸਨੂੰ ਐਸਾ ਕੋਈ ਮੌਕਾ ਹੀ ਨਹੀਂ ਮਿਲਿਆ ਜਿੱਥੇ ਉਹ ਆਪਣੇ ਦਿਮਾਗ ਦੀ, ਆਪਣੀ ਤੀਵਰ ਬੁੱਧੀ ਦਾ ਜਿਹੜਾ ਯੂਜ਼ ਕਰ ਪਾਏ। ਮੰਨ ਲਓ ਅੱਜ ਇੱਕ ਐਸੇ ਕੰਮ ਦੇ ਵਿੱਚ ਪੈ ਗਿਆ ਜਿੱਥੇ ਫਿਜ਼ੀਕਲ ਵਰਕ ਜਿਹੜਾ ਉੱਥੇ ਜ਼ਿਆਦਾ ਹੈ, ਲੇਕਿਨ ਮੈਂਟਲ ਵਰਕ ਜਿਹੜਾ ਇੰਨਾ ਨਹੀਂ ਹੈਗਾ, ਉਸਨੂੰ ਉਸ ਤਰ੍ਹਾਂ ਦੀ ਜੋਬ ਨਹੀਂ ਮਿਲ ਪਾਈ ਜਾਂ ਉਸ ਤਰ੍ਹਾਂ ਦਾ ਕੰਮ ਨਹੀਂ ਮਿਲ ਪਾਇਆ। ਅਤੇ ਅੱਜ ਮੰਨ ਲਓ ਉਹ ਕੋਈ ਲੇਬਰ ਦਾ ਵਰਕ ਕਰ ਰਿਹਾ ਜਿੱਥੇ ਫਿਜ਼ੀਕਲ ਕੰਮ ਉਸਨੂੰ ਜ਼ਿਆਦਾ ਕਰਨਾ ਪੈ ਰਿਹਾ ਰੈਦਰ ਦੈਨ ਮੈਂਟਲ ਦਾ। ਸੋ ਮੈਂਟਲ ਉਹ ਚੀਜ਼ ਜਿਹੜੀ ਉਹਦੀ ਘੱਟ ਉੱਥੇ ਯੂਜ਼ ਹੋਈ, ਤਾਂ ਅਗਰ ਉਸਨੂੰ ਉਸ ਤਰ੍ਹਾਂ ਦਾ ਇਨਵਾਇਰਨਮੈਂਟ ਨਹੀਂ ਮਿਲੇਗਾ, ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲੇਗਾ, ਉਸ ਤਰ੍ਹਾਂ ਦੀ ਓਪਰਚੁਨਿਟੀਜ਼ ਨਹੀਂ ਮਿਲਣਗੀਆਂ ਜੋ ਉਸਦੇ ਅੰਦਰਲੀ ਉਸ ਗੁਣ ਨੂੰ ਡਿਵੈਲਪ ਕਰ ਪਾਉਣ, ਤਾਂ ਉਹ ਸਾਰੀ ਚੀਜ਼ਾਂ ਵੀ ਉਹਦੀਆਂ ਵੇਸਟ ਚਲੀਆਂ ਜਾਣਗੀਆਂ। ਸੋ ਇੱਕ ਵਿਅਕਤੀ ਦੇ ਵਿਕਾਸ ਦੇ ਉੱਤੇ ਹੈਰੀਡਿਟੀ ਵੀ ਇਫੈਕਟ ਕਰਦੀ ਹੈ। ਉਹ ਡਿਸਾਈਡ ਕਰਦੀ ਹੈ ਕਿ ਇੱਕ ਵਿਅਕਤੀ ਕਿੱਥੇ ਤੱਕ ਔਰ ਕਿਸ ਫੀਲਡ ਦੇ ਵਿੱਚ ਅੱਗੇ ਜਾਏਗਾ, ਅਤੇ ਇਨਵਾਇਰਨਮੈਂਟ ਉਸ ਚੀਜ਼ ਨੂੰ, ਉਸ ਗੁਣ ਨੂੰ ਡਿਵੈਲਪ ਕਰਨ ਦੇ ਵਿੱਚ ਉਹ ਹੈਲਪ ਕਰਦੀ ਹੈ ਤਾਂ ਕਿ ਉਹਦਾ ਉਹ ਗੁਣ ਜਿਹੜਾ ਨਿਖਰ ਕੇ ਬਾਹਰ ਆਵੇ। ਸੋ ਇਸ ਲਈ ਆਪਾਂ ਐਜੂਕੇਸ਼ਨ ਦੇ ਵਿੱਚ ਆਪਾਂ ਇਹੀ ਕਹਿੰਦੇ ਹਾਂ ਕਿ ਟੀਚਰਸ ਦਾ ਜੋ ਮੇਨ ਏਮ ਹੁੰਦਾ ਉਹ ਇਹੀ ਹੁੰਦਾ ਕਿ ਸਭ ਤੋਂ ਪਹਿਲਾਂ ਉਹ ਦੇਖੇ, ਅਸੈਸ ਕਰੇ ਕਿ ਇੱਕ ਬੱਚਾ ਕਿਹੜੇ ਫੀਲਡ ਦੇ ਵਿੱਚ ਹੈ, ਸਬਜੈਕਟ ਦੇ ਵਿੱਚ ਉਸਦਾ ਇੰਟਰਸਟ ਹੈ, ਕੀ ਉਹ ਕਰਨਾ ਚਾਹੁੰਦਾ ਹੈ, ਅਤੇ ਉਸਦੇ ਅੰਦਰਲੇ ਕੀ ਗੁਣ ਨੇ, ਅਤੇ ਬਾਅਦ ਦੇ ਵਿੱਚ ਉਹਨਾਂ ਹੀ ਗੁਣਾਂ ਨੂੰ ਡਿਵੈਲਪ ਕਰਨ ਲਈ, ਉਹਨਾਂ ਦੇ ਗੁਣਾਂ ਨੂੰ ਬਾਹਰ ਲੈ ਕੇ ਆਉਣ ਲਈ, ਉਸਦੇ ਉਹਨਾਂ ਗੁਣਾਂ ਨੂੰ ਤਰਾਸ਼ਣ ਦਾ ਜਿਹੜਾ ਕੰਮ ਹੈ ਇੱਕ ਟੀਚਰ ਦਾ ਹੁੰਦਾ ਹੈ। ਸੋ teachers should try to provide the best mental environment, schools should provide the best cultural environment, government should provide the best economical and political environment, society should provide the best moral environment, and parents should provide the best emotional environment so that a child can flourish। तो हर एक पार्ट ਦਾ, ਹਰ ਇੱਕ ਚੀਜ਼ ਦਾ, ਹਰ ਇੱਕ ਫੈਕਟਰ ਦਾ ਇੱਕ ਬੱਚੇ ਦੇ ਵਿਕਾਸ ਦੇ ਵਿੱਚ ਪ੍ਰਭਾਵ ਹੁੰਦਾ, ਕੰਟਰੀਬਿਊਸ਼ਨ ਹੁੰਦਾ, ਤੇ ਅਗਰ ਉਹ ਆਪਣਾ ਕੰਟਰੀਬਿਊਸ਼ਨ ਬੈਸਟ ਦੇਣਗੇ ਤਾਂ ਬੱਚੇ ਦੇ ਵਿੱਚ ਜੋ ਗੁਣ ਨੇਗੇ ਉਹ ਬੈਸਟ ਨਿਕਲ ਕੇ ਬਾਹਰ ਆਉਣਗੇ। ਸੋ ਉਹਨਾਂ ਗੁਣਾਂ ਨੂੰ ਹੀ ਬੈਸਟ ਤਰੀਕੇ ਨਾਲ ਡਿਵੈਲਪ ਕਰਨਾ ਇੱਕ ਇਨਵਾਇਰਨਮੈਂਟ ਦਾ ਇਸ ਚੀਜ਼ ਦੇ ਵਿੱਚ ਰੋਲ ਹੁੰਦਾ ਹੈ। ਲੇਕਿਨ ਅਗਰ ਇਨਵਾਇਰਨਮੈਂਟ ਸਹੀ ਤਰੀਕੇ ਨਾਲ ਨਾ ਮਿਲੇ ਤਾਂ ਉਹ ਚੀਜ਼ ਜਿਹੜੀ ਆ ਉਹਦੇ ਗੁਣ ਨੇ, ਉਹ ਵੀ ਜਿਹੜੇ ਕਰੈਕਟਰਿਸਟਿਕਸ ਨੇ, ਉਹ ਵੀ ਜਿਹੜੇ ਕਿਸੇ ਕੰਮ
ਕੰਮ ਦੇ ਨਹੀਂ ਰਹਿੰਦੇ। ਫੋਰ ਐਗਜ਼ਾਮਪਲ ਅਗਰ ਮੰਨ ਲਓ ਦੋ ਜੋ ਹੈ ਸੇਮ ਟਵਿਨਸ ਹੈਗੇ ਨੇ, ਅਗਰ ਉਹਨਾਂ ਨੂੰ ਆਪਾਂ ਦੋ ਅਲੱਗ-ਅਲੱਗ ਮਾਹੌਲ ਦੇ ਵਿੱਚ ਰੱਖਿਆ ਜਾਵੇ, ਇੱਕ ਨੂੰ ਵਧੀਆ ਇਨਵਾਇਰਮੈਂਟ ਦਿੱਤਾ ਜਾਵੇ ਔਰ ਇੱਕ ਨੂੰ ਵਧੀਆ ਇਨਵਾਇਰਮੈਂਟ ਨਾ ਦਿੱਤਾ ਜਾਵੇ, ਤਾਂ ਜਿਸ ਨੂੰ ਵਧੀਆ ਇਨਵਾਇਰਮੈਂਟ ਮਿਲੇਗਾ, ਉਸਨੂੰ ਅੱਛੀ ਐਜੂਕੇਸ਼ਨ ਮਿਲੇਗੀ, ਉਹ ਜ਼ਰੂਰ ਉਸਦੇ ਗੁਣ ਜਿਹੜੇ ਉਹ ਬਾਹਰ ਨਿਕਲ ਕੇ ਆਉਣਗੇ। ਓਰਲ ਡਿਵੈਲਪਮੈਂਟ, ਉਸਦਾ ਇਮੋਸ਼ਨਲ ਡਿਵੈਲਪਮੈਂਟ, ਸੋਸ਼ਲ ਡਿਵੈਲਪਮੈਂਟ ਜਿਹੜਾ ਉਸਦਾ ਅੱਛਾ ਹੋਇਆ ਹੋਏਗਾ, ਉਸਦਾ ਵਿਕਾਸ ਸਾਰਿਆਂ ਨਾਲੋਂ ਵਧੀਆ ਹੋਊਗਾ। ਲੇਕਿਨ ਅਗਰ ਕੋਈ ਇੱਕ ਐਸਾ ਵਿਅਕਤੀ, ਇੱਕ ਐਸਾ ਬੱਚਾ ਜਿਸਨੂੰ ਸਹੀ ਮਾਹੌਲ ਨਹੀਂ ਮਿਲਿਆ, ਉਸਨੂੰ ਓਪਰਚੁਨਿਟੀਜ਼ ਨਹੀਂ ਮਿਲੀਆਂ ਆਪਣੀ ਲਾਈਫ ਦੇ ਵਿੱਚ, ਤਾਂ ਉਹਦੇ ਜਿਹੜੇ ਉਸਦੇ ਵਿੱਚ ਗੁਣ ਸੀਗੇ, ਜੋ ਉਸਦੇ ਟਵਿਨ ਜੋ ਉਸਦਾ ਦੇ ਨਾਲ ਬਿਲਕੁਲ ਸੇਮ ਸੀ, ਸੇਮ ਬੁੱਧੀ ਸੀ, ਸੇਮ ਹੀ ਇੰਟੈਲੀਜੈਂਸ ਸੀ, ਲੇਕਿਨ ਕਿਉਂਕਿ ਉਸਨੂੰ ਮਾਹੌਲ ਨਾ ਮਿਲਿਆ ਤਾਂ ਉਸ ਕਰਕੇ ਉਹਦੀ ਜਿਹੜੀ ਇੰਟੈਲੀਜੈਂਸ ਹੈ, ਉਹਦਾ ਜੋ ਡਿਵੈਲਪਮੈਂਟ ਹੈ, ਉਹ ਇੱਕ ਸਹੀ ਲੈਵਲ ਤੱਕ ਨਹੀਂ ਹੋਏਗਾ। ਸੋ ਇੱਥੋਂ ਸਾਨੂੰ ਇਨਵਾਇਰਮੈਂਟ ਦਾ ਜਿਹੜਾ ਇਫੈਕਟ ਹੈ, ਇਨਵਾਇਰਮੈਂਟ ਦਾ ਜੋ ਯੋਗਦਾਨ ਹੈ ਇੱਕ ਬੱਚੇ ਦੇ ਵਿਕਾਸ ਦੇ ਵਿੱਚ, ਉਹ ਚੀਜ਼ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਹੈਰੀਡੀਟਲ ਗੁਣ ਹੁੰਦੇ ਨੇ, ਉਹੀ ਡਿਵੈਲਪ ਹੁੰਦੇ ਨੇ, ਲੇਕਿਨ ਉਹ ਡਿਵੈਲਪ ਤਦ ਹੋਣਗੇ ਅਗਰ ਉਹਨਾਂ ਨੂੰ ਸਹੀ ਮਾਹੌਲ, ਸਹੀ ਇਨਵਾਇਰਮੈਂਟ ਮਿਲੇਗਾ। ਸੋ ਟੀਚਰ ਹੋਵੇ, ਸਕੂਲ ਹੋਵੇ, ਗਵਰਨਮੈਂਟ ਹੋਵੇ, ਸੁਸਾਇਟੀ ਹੋਵੇ, ਤਾਂ ਸਭ ਨੂੰ ਇਹੀ ਚਾਹੀਦਾ ਕਿ ਉਹ ਬੱਚੇ ਨੂੰ ਆਪਣਾ ਬੈਸਟ ਤੋਂ ਬੈਸਟ ਕੰਟਰੀਬਿਊਸ਼ਨ ਦੇਣ ਤਾਂ ਕਿ ਇੱਕ ਵਿਅਕਤੀ ਦਾ ਜਿਹੜਾ ਵਿਕਾਸ ਹੈ ਉਹ ਵਧੀਆ ਤੋਂ ਵਧੀਆ ਹੋ ਸਕੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਟਵਿਨਸ ਦੀ। ਇੱਕ ਹੁੰਦੇ ਜੀ ਆਇਡੈਂਟੀਕਲ ਟਵਿਨਸ, ਫ੍ਰੈਟਰਨਲ ਟਵਿਨਸ। ਆਇਡੈਂਟੀਕਲ ਟਵਿਨਸ ਜਿਨ੍ਹਾਂ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਆਇਡੈਂਟੀਕਲ ਜੋ ਬਿਲਕੁਲ ਸੇਮ ਹੋਣਗੇ, ਸੋ ਉਹਨਾਂ ਦੇ ਜੋ ਆਫਸਪ੍ਰਿੰਗਸ ਹੁੰਦੇ ਉਹ ਬਿਲਕੁਲ ਸੇਮ ਹੁੰਦੇ ਆ। ਸੇਮ ਦਾ ਮਤਲਬ ਹੈ ਕਿ ਦੋਹਾਂ ਦੇ ਸੈਕਸ ਜਿਹੜੇ ਬਿਲਕੁਲ ਸੇਮ ਹੋਣਗੇ, ਦੋਹਾਂ ਦੇ ਵਿੱਚ ਜੋ ਜੀਨਸ ਹੋਣਗੇ ਉਹ ਇੱਕਦਮ ਸੇਮ ਹੋਣਗੇ। ਸੋ ਅਗਰ ਇੱਕ ਜੋ ਮੇਲ ਹੈ ਤਾਂ ਦੋਨੋਂ ਹੀ ਮੇਲ ਦੇ ਹੀ ਹੋਣਗੇ, ਔਰ ਅਗਰ ਇੱਕ ਫੀਮੇਲ ਹੈ ਤਾਂ ਦੋਨੋਂ ਫੀਮੇਲ ਦੇ ਹੀ ਹੋਣਗੇ, ਤਾਂ ਦੋਨੋਂ ਹੀ ਟਵਿਨਸ ਸੇਮ ਰਹਿਣਗੇ। ਇੱਦਾਂ ਨਹੀਂ ਹੁੰਦਾ, ਸੇਮ ਵੀ ਹੋ ਸਕਦੇ हैं लेकिन वो डिफरेंट भी हो सकते हैं। अगर दोनों मेल है तो दोनों मेल भी हो सकते हैं, और एक मेल और एक फीमेल भी हो सकते हैं। सो दोनों ब्रदर सिस्टर भी हो सकते हैं। सो ਫੈਟਰਨਲ ਦੇ ਵਿੱਚ ਜਿਹੜੇ ਬਿਲਕੁਲ ਆਇਡੈਂਟੀਕਲ ਨਹੀਂ ਹੁੰਦੇ, ਆਇਡੈਂਟੀਕਲ ਬਿਲਕੁਲ ਸੇਮ ਕਿਉਂ ਹੁੰਦੇ ਆ, ਫੈਟਰਨਲ ਬਿਲਕੁਲ ਸੇਮ ਕਿਉਂ ਨਹੀਂ ਹੁੰਦੇ, ਉਹ ਇਸ ਕਰਕੇ ਹੁੰਦਾ ਕਿਉਂਕਿ ਆਇਡੈਂਟੀਕਲ ਜੋ ਹੈ ਉਹ ਮੋਨੋਜ਼ਾਈਗੋਟਿਕ ਹੈ। ਮੋਨੋਜ਼ਾਈਗੋਟਿਕ ਦਾ ਮਤਲਬ ਹੈ, ਮੋਨੋ ਮਤਲਬ ਹੁੰਦਾ ਇੱਕ, ਔਰ ਜ਼ਾਈਗੋਟਿਕ ਆਪਾਂ ਨੂੰ ਤੁਹਾਨੂੰ ਦੱਸਿਆ ਸੀ, ਫਰਟੀਲਾਈਜੇਸ਼ਨ ਹੋਣ ਤੋਂ ਬਾਅਦ ਜਿਹੜਾ ਨਵਾਂ ਸੈੱਲ ਬਣਦਾ ਉਸਨੂੰ ਆਪਾਂ ਜ਼ਾਈਗੋਟ ਕਹਿੰਦੇ ਆ। ਸੋ ਜੋ ਇੱਕ ਸੈੱਲ ਤੋਂ ਅੱਗੇ ਜਿਹੜਾ ਡਿਵੈਲਪ ਹੁੰਦੇ ਆ ਉਸਨੂੰ ਆਪਾਂ ਕਹਿੰਦੇ ਆ ਮੋਨੋਜ਼ਾਈਗੋਟਿਕ। ਸੋ ਆਇਡੈਂਟੀਕਲ ਟਵਿਨਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ ਫਰੋਮ ਵਨ ਓਵਮ, ਤਾਂ ਇੱਕੋ ਹੀ ਓਵਮ ਤੋਂ ਜਿਹੜੇ ਡਿਵੈਲਪ ਹੁੰਦੇ ਆ ਦੋਨੋਂ ਹੀ ਆਇਡੈਂਟੀਕਲ। ਸੋ ਇਸ ਕਰਕੇ ਬਿਲਕੁਲ ਹੀ ਰਿਜ਼ੈਂਬਲ ਕਰਦੇ ਆ, ਇੱਕ ਦੂਸਰੇ ਦੀ ਤਰ੍ਹਾਂ ਦਿਖਾਈ ਦਿੰਦੇ ਆ। ट्विन्स रिजेंबल्स ईच अदर एंड आर ऑलवेज ऑफ सेम सेक्स। तो एक सेम यानी कि मेल है तो मेल रहेगा, फीमेल है तो दोनों फीमेल होंगे, और एक दूसरे की तरह बिल्कुल ही सेम जो रिजेंबल करेंगे। फ्रैटर्नल ट्विन्स होंगे अराइज फ्रॉम अ जर्मिनेशन ऑफ टू सैपरेट ओवर, तो दो अलग अलग सैल तो डिवेलप होंगे, इस करके इन्होंने डायजाइगोटिक कहते हैं। ये दोनों वर्ड तुम अपने नोट कर सकते हो। आइडेंटिकल ट्विन्स मोनोजाइगोटिक और फ्रैटर्नल ट्विन्स जो डायजाइगोटिक होंगे, क्योंकि दो सैपरेट ओवर तो जो डिवेलप होंगे, इस करके इन्हों का सैक्स भी डिफरेंट हो सकता है, एक मेल और एक फीमेल हो सकता है। ਉਹ ਇਹਨਾਂ ਦੇ ਜੀਨਸ ਵੀ ਜਿਹੜੇ ਟੋਟਲੀ ਸੇਮ ਨਹੀਂ ਹੁੰਦੇ। ਜਿਹੜੇ ਦੋ ਆਫਸਪ੍ਰਿੰਗਸ ਇਹਨਾਂ ਤੋਂ ਅੱਗੇ ਬਣ ਕੇ ਆਉਣਗੇ ਉਹਨਾਂ ਦੇ ਵਿੱਚ ਜੋ ਚੇਂਜਸ ਵੀ ਦੇਖਣ ਨੂੰ ਮਿਲ ਸਕਦੇ ਆ, ਉਹਨਾਂ ਦਾ ਇੰਟੈਲੀਜੈਂਸ ਲੈਵਲ ਡਿਫਰੈਂਟ ਹੋ ਸਕਦਾ, ਉਹਨਾਂ ਦੀ ਫਿਜ਼ਿਕ ਡਿਫਰੈਂਟ ਹੋ ਸਕਦੀ ਹੈ। ਸੋ ਉਹਨਾਂ ਦੇ ਵਿੱਚ ਜਿਹੜੇ ਬਿਲਕੁਲ ਵੀ ਚੀਜ਼ਾਂ ਜਿਹੜੀਆਂ ਸੇਮ ਨਹੀਂ ਹੋਣਗੀਆਂ, ਲੇਕਿਨ ਆਇਡੈਂਟੀਕਲ ਟਵਿਨਸ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਉਹ ਸੇਮ ਹੋਏਗੀ। ਸੋ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੈਰੀਡਿਟੀ ਦਾ ਕਿੰਨਾ ਜ਼ਿਆਦਾ ਰੋਲ ਹੈ, ਕਾਫੀ ਇੰਪੋਰਟੈਂਟ ਰੋਲ ਹੈ ਇੱਕ ਵਿਅਕਤੀ ਦੇ ਵਿਕਾਸ ਦੇ ਵਿੱਚ, ਕਿ ਉਹ ਕਿਸ ਤਰ੍ਹਾਂ ਦਾ ਹੋਏਗਾ, ਕਿਸ ਤਰ੍ਹਾਂ ਦੇ ਗੁਣ ਹੋਣਗੇ, ਔਰ ਕਿਸ ਲੈਵਲ ਦੀ ਉਹਨਾਂ ਦੀ ਕੈਪੇਬਿਲਿਟੀ ਹੋਏਗੀ, ਯੋਗਤਾ ਹੋਏਗੀ, ਇਹ ਸਾਰੀ ਚੀਜ਼ ਜਿਹੜੀ ਹੈਰੀਡਿਟੀ ਡਿਸਾਈਡ ਕਰ ਰਹੀ ਹੈ। ਸੋ ਹੈਰੀਡਿਟੀ ਦਾ ਇੱਕ ਵਿਅਕਤੀ ਦੇ ਵਿਕਾਸ ਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨੇਚਰ ਵਰਸਸ ਨਰਚਰ ਦੀ। ਸਭ ਤੋਂ ਪਹਿਲਾਂ ਨੇਚਰ ਕੀ ਹੁੰਦਾ? ਨੇਚਰ ਹੁੰਦਾ ਕਿ ਹੈਰੀਡਿਟੀ ਨਾਲ ਰਿਲੇਟ ਕਰਦਾ ਉਹ ਸਾਰੇ ਜੈਨੇਟਿਕਲ ਇਨਫਲੂਐਂਸਿਸ ਜਾਂ ਗੁਣ ਜਿਹੜੇ ਇੱਕ ਬੱਚੇ ਨੂੰ ਆਪਣੇ ਪੇਰੈਂਟਸ ਤੋਂ ਮਿਲਦੇ ਆ। ਤੇ ਉਸ ਦੀ ਜਗ੍ਹਾ ਤੇ ਨਰਚਰ ਦੀ ਅਗਰ ਆਪਾਂ ਗੱਲ ਕਰੀਏ, ਨਰਚਰ ਦਾ ਮਤਲਬ ਹੁੰਦਾ ਜੋ ਇਨਵਾਇਰਨਮੈਂਟ ਨਾਲ ਰਿਲੇਟਡ ਹੈ। ਸੋ ਉਹ ਸਾਰੀਆਂ ਚੀਜ਼ਾਂ ਜੋ ਇੱਕ ਬੱਚੇ ਨੂੰ ਅਪਬ੍ਰਿੰਗ ਕਰਨ ਦੇ ਵਿੱਚ, ਯਾਨੀ ਕਿ ਇੱਕ ਬੱਚੇ ਦੇ ਵਿਕਾਸ ਦੇ ਵਿੱਚ ਜੋ ਉਸਨੂੰ ਉਸਦੇ ਸਰਾਊਂਡ ਨੇ, ਜੋ ਉਸਦੇ ਵਿਕਾਸ 'ਤੇ ਇਫੈਕਟ ਕਰਦੀਆਂ ਨੇ, ਤਾਂ ਉਹ ਸਾਰੀ ਚੀਜ਼ ਜਿਹੜੀ ਨਰਚਰ ਆ ਜਾਂਦੀ ਹੈ, ਐਕਸੈਪਟ ਜੀਨਸ। ਸੋ ਨੇਚਰ ਜੋ ਹੈ ਹੈਰੀਡਿਟੀ ਨਾਲ ਰਿਲੇਟ ਕਰਦਾ, ਔਰ ਨਰਚਰ ਜੋ ਹੈ ਉਹ ਇਨਵਾਇਰਨਮੈਂਟ ਨਾਲ ਰਿਲੇਟ ਕਰਦਾ। ਬਹੁਤ ਸਾਰੇ ਸਾਈਕੋਲੋਜਿਸਟ ਇੱਦਾਂ ਹੋਇਆ ਜਿਨ੍ਹਾਂ ਨੇ ਇਸ ਗੱਲ 'ਤੇ ਜਿਹੜਾ ਉਹ ਜ਼ੋਰ ਦਿੱਤਾ ਕਿ ਬੱਚਾ ਆਪਣੀ ਇੰਟੈਲੀਜੈਂਸ, ਆਪਣੀ ਬੁੱਧੀ, ਆਪਣੇ ਟੈਲੈਂਟ, ਆਪਣੇ ਸਕਿੱਲ ਦੇ ਨਾਲ ਪੈਦਾ ਹੁੰਦਾ, ਉਸਦੇ ਉੱਤੇ ਇਨਵਾਇਰਨਮੈਂਟ ਦਾ ਕੋਈ ਇਫੈਕਟ ਨਹੀਂ ਹੁੰਦਾ। ਤੇ ਕੁਝ ਜਿਹੜੇ ਸਾਈਕੋਲੋਜਿਸਟ ਉਹਨਾਂ ਨੇ ਇਨਵਾਇਰਨਮੈਂਟ ਦੇ ਕੰਸੈਪਟ 'ਤੇ ਜ਼ਿਆਦਾ ਜ਼ੋਰ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਬੱਚਾ ਹੁੰਦਾ ਉਹ ਇੱਕ ਬਲੈਂਕ ਸਟੇਟ ਦੇ ਨਾਲ ਜਨਮ ਲੈਂਦਾ, ਯਾਨੀ ਕਿ ਉਹਦੇ ਪਹਿਲਾਂ ਉਸਦੇ ਵਿੱਚ ਕੁਝ ਨਹੀਂ ਹੁੰਦਾ, ਤੇ ਸਾਰਾ ਕੁਝ ਜਿਹੜਾ ਉਹ ਆਪਣੇ ਐਕਸਪੀਰੀਅੰਸ ਦੇ ਨਾਲ ਹੀ ਨੌਲੇਜ ਗੇਨ ਕਰਦਾ। ਲੇਕਿਨ ਅਕੋਰਡਿੰਗ ਟੂ ਵੁੱਡਵਰਥ ਜੋ ਸਾਈਕੋਲੋਜਿਸਟ ਹੋਇਆ, ਉਹਨਾਂ ਨੇ ਕਿਹਾ ਡਿਵੈਲਪਮੈਂਟ ਦੇ ਉੱਤੇ ਹੈਰੀਡਿਟੀ ਔਰ ਇਨਵਾਇਰਨਮੈਂਟ ਦੋਨਾਂ ਦਾ ਹੀ ਜਿਹੜਾ ਰੋਲ ਉਹ ਦੇਖਣ ਨੂੰ ਮਿਲਦਾ, ਦੋਨੇ ਹੀ ਇੰਪੋਰਟੈਂਟ ਹੈ ਇੱਕ ਵਿਅਕਤੀ ਦੇ ਵਿਕਾਸ ਦੇ ਲਈ। ਸੋ ਉਹਨਾਂ ਨੇ ਜੋ ਇਕੁਏਸ਼ਨ ਦਿੱਤੀ ਹੈ, ਡਿਵੈਲਪਮੈਂਟ ਇਜ਼ ਇਕੁਅਲ ਟੂ H/E, ਦੈਟ ਮੀਨਸ ਹੈਰੀਡਿਟੀ ਮਲਟੀਪਲੀਕੇਸ਼ਨ ਇਨਵਾਇਰਨਮੈਂਟ। ਸੋ ਇੱਕ ਬੱਚੇ ਦੀ ਜੋ ਪਰਸਨੈਲਿਟੀ ਹੈ ਉਹ ਹੈਰੀਡਿਟੀ ਤੇ ਇਨਵਾਇਰਨਮੈਂਟ ਦਾ ਹੀ ਇੱਕ ਗੁਣਨਫਲ ਹੈ। ਕਈ ਵਾਰ ਐਗਜ਼ਾਮ ਵਿੱਚ ਇਸ ਤਰ੍ਹਾਂ ਦੀ ਡੈਫੀਨੇਸ਼ਨ ਆ ਜਾਂਦੀ ਹੈ ਤੇ ਉੱਥੇ ਪਲੱਸ ਪਾ ਦਿੱਤਾ ਜਾਂਦਾ ਜਾਂ ਐਡ ਅਪ ਵਰਡ ਲਿਖ ਦਿੱਤਾ ਜਾਂਦਾ। ਐਡ ਨਹੀਂ ਹੈ, ਮਲਟੀਪਲੀਕੇਸ਼ਨ ਹੈ, ਗੁਣਨਫਲ ਹੈ, ਜੋੜ ਨਹੀਂ ਹੈ। ਸੋ ਡਿਵੈਲਪਮੈਂਟ ਜਿਹੜਾ ਉਹ ਹੈਰੀਡਿਟੀ ਤੇ ਇਨਵਾਇਰਨਮੈਂਟ ਦਾ ਹੀ ਗੁਣਨਫਲ ਹੈ। ਦੋਨੋਂ ਹੀ ਇੱਕ ਬੱਚੇ ਦੇ ਵਿਕਾਸ ਦੇ ਲਈ ਅਸੈਂਸ਼ੀਅਲ ਨੇ। ਜੇ ਆਪਾਂ ਹੈਰੀਡਿਟੀ ਦੀ ਗੱਲ ਕਰ ਲਈਏ ਤਾਂ ਜਦੋਂ ਇੱਕ ਐਗ ਫਰਟੀਲਾਈਜ਼ ਹੁੰਦਾ, ਯਾਨੀ ਕਿ ਇੱਕ ਜਦੋਂ ਨਿਊ ਆਫਸਪ੍ਰਿੰਗ ਬਣਨ ਲਈ ਜੋ ਇੱਕ ਐਗ ਫਰਟੀਲਾਈਜ਼ ਹੁੰਦਾ, ਤਾਂ ਉੱਥੇ ਗਰਭ ਅਵਸਥਾ ਦੇ ਵਿੱਚ ਜਿਹੜੀ ਹੈਰੀਡਿਟੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਇਨਵਾਇਰਨਮੈਂਟ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਬੱਚੇ ਦੇ ਬਰਥ ਦੇ ਨਾਲ ਸ਼ੁਰੂ ਹੁੰਦੀ ਹੈ। ਬੱਚੇ ਦੇ ਬਰਥ ਦੇ ਨਾਲ ਹੀ ਉਸਨੂੰ ਉਸਦਾ ਇਨਵਾਇਰਨਮੈਂਟ ਮਿਲਦਾ ਹੈ, ਤਾਂ ਉੱਥੋਂ ਸ਼ੁਰੂ ਹੁੰਦੀ ਹੈ। ਲੇਕਿਨ ਦੋਨੇ ਹੀ ਉਸਦੇ ਵਿਕਾਸ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਜਿਹੜੀ ਨਿਭਾਉਂਦੇ ਨੇ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰ ਲਈਏ ਕਿ ਕਿਸੇ ਵਿਅਕਤੀ ਨੂੰ ਅਗਰ ਉਸਦੀ ਹੈਰੀਡਿਟੀ ਦੇ ਵਿੱਚ ਉਸਨੂੰ
ਮਿਊਜ਼ੀਕਲ ਕਰੈਕਟਰਿਸਟਿਕਸ ਮਿਲੇ ਕਿ ਉਸਦੀ ਆਵਾਜ਼ ਅੱਛੀ ਹੈ, ਜਾਂ ਕੋਈ ਵਿਅਕਤੀ ਇੱਦਾਂ ਦਾ ਕਿ ਉਸਨੂੰ ਇਸ ਤਰ੍ਹਾਂ ਦੇ ਕਰੈਕਟਰਿਸਟਿਕਸ ਮਿਲੇ ਕਿ ਉਸਦੀ ਬੁੱਧੀ ਬਹੁਤ ਤੇਜ਼ ਹੈ, ਬਹੁਤ ਤੀਵਰ ਬੁੱਧੀ ਹੈ, ਕਿਸੇ ਦੀ ਓਬਜ਼ਰਵੇਸ਼ਨ ਬਹੁਤ ਵਧੀਆ, ਜਾਂ ਕਈ ਤੁਸੀਂ ਦੇਖਿਆ ਹੋਏਗਾ ਕੁਝ ਵਿਅਕਤੀਆਂ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਹੁੰਦੇ ਆ ਕਿ ਉਹ ਅਗਰ ਇੱਕ ਵਾਰ ਵੀ ਆਪਣੀ ਅੱਖਾਂ ਦੇ ਮੂਹਰੋਂ ਦੀ ਕੋਈ ਚੀਜ਼ ਨਿਕਾਲ ਲੈਣ ਤਾਂ ਉਹ ਚੀਜ਼ ਜਿਹੜੀ ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦੀ ਹੈ, ਦੁਬਾਰਾ ਤੋਂ ਉਸ ਚੀਜ਼ ਨੂੰ ਰਿਪੀਟ ਕਰ ਸਕਦੇ ਨੇ। ਜਾਂ ਕਿਸੇ ਦੀ ਬੋਡੀ ਜਿਹੜੀ ਉਹ ਬਹੁਤ ਵਧੀਆ ਹੋਵੇ, ਸਟਰੋਂਗ ਬੋਡੀ ਹੋਵੇ, ਸਟੈਮਨਾ ਉਹਨਾਂ ਦਾ ਜਿਹੜਾ ਬਹੁਤ ਅੱਛਾ ਹੋਵੇ। ਲੇਕਿਨ ਇਹ ਸਾਰੇ ਜਿਹੜੇ ਗੁਣ ਨੇ ਉਹਨਾਂ ਨੂੰ ਹੈਰੀਡਿਟੀ ਤੋਂ ਮਿਲਦੇ ਨੇ, ਲੇਕਿਨ ਇਹ ਸਾਰੀ ਚੀਜ਼ਾਂ ਉਦੋਂ ਹੀ ਡਿਵੈਲਪ ਹੋ ਪਾਉਣਗੀਆਂ ਅਗਰ ਉਹਨਾਂ ਨੂੰ ਅੱਛਾ ਇਨਵਾਇਰਨਮੈਂਟ ਮਿਲੇਗਾ, ਅੱਛੀ ਓਪਰਚੁਨਿਟੀਜ਼ ਮਿਲਣਗੀਆਂ। ਆਪਾਂ ਸਟਰੋਂਗ ਬੋਡੀ ਵਾਲੇ ਦੀ ਗੱਲ ਕਰ ਲਈਏ ਤਾਂ ਇੱਕ ਅੱਛਾ ਰੈਸਲਰ ਤਦ ਹੀ ਬਣ ਪਾਏਗਾ ਅਗਰ ਉਸਨੂੰ ਅੱਛਾ ਫੂਡ ਮਿਲੇਗਾ, ਅੱਛੀ ਓਪਰਚੁਨਿਟੀਜ਼ ਮਿਲਣਗੀਆਂ, ਇਨਵਾਇਰਨਮੈਂਟ ਅੱਛਾ ਮਿਲੇਗਾ, ਮਾਹੌਲ ਅੱਛਾ ਮਿਲੇਗਾ। ਇਸ ਤਰ੍ਹਾਂ ਅੱਛੀ ਆਵਾਜ਼ ਵਾਲਾ ਜੋ ਵਿਅਕਤੀ ਹੈ ਉਸਦੀ ਅੱਛੀ ਆਵਾਜ਼ ਇੱਕ ਵਧੀਆ ਸਿੰਗਰ ਉਹ ਤਦ ਹੀ ਨਿਕਲ ਕੇ ਆਏਗਾ ਅਗਰ ਉਸਨੂੰ ਉਸਦੇ ਰਿਲੇਟਡ ਮਾਹੌਲ ਔਰ ਅੱਛੀ ਕੋਚਿੰਗ ਜਿਹੜੀ ਓਪਰਚੁਨਿਟੀਜ਼ ਜਿਹੜੀਆਂ ਉਹ ਮਿਲਣਗੀਆਂ। ਇੱਕ ਵਿਅਕਤੀ ਦੀ ਯੋਗਤਾ ਉਸਦੀ ਹੈਰੀਡਿਟੀ ਦੇ ਨਾਲ ਹੀ ਡਿਸਾਈਡ ਹੋ ਜਾਂਦੀ ਹੈ, ਲੇਕਿਨ ਉਹ ਅੱਛੀ ਤਰ੍ਹਾਂ ਡਿਵੈਲਪ ਤਦ ਹੀ ਹੋ ਪਾਏਗੀ ਅਗਰ ਉਸਨੂੰ ਅੱਛਾ ਇਨਵਾਇਰਨਮੈਂਟ ਮਿਲੇਗਾ। ਅੱਛਾ, ਆਪਾਂ ਗੱਲ ਕਰਦੇ ਹਾਂ ਜੀ ਲॉज ਆਫ ਹੈਰੀਡਿਟੀ ਦੀ। ਲॉज ਆਫ ਹੈਰੀਡਿਟੀ ਜੋ ਹੈ ਗ੍ਰੇਜਰ ਜੌਨ ਮੈਂਡਲ ਨੇ ਦਿੱਤੀ ਸੀ। ਗ੍ਰੇਜਰ ਜੌਨ ਮੈਂਡਲ ਪ੍ਰਪੋਂਡਡ ਟੂ ਲॉज ਆਫ ਹੈਰੀਡਿਟੀ ਇਨ 1866। ਇਹਨਾਂ ਨੂੰ ਆਪਾਂ ਮੈਂਡਲਸ ਲਾਅ ਆਫ ਹੈਰੀਡਿਟੀ ਜਾਂ ਫਿਰ ਮੈਂਡੇਲੀਅਨ ਹੈਰੀਟੈਂਸ ਵੀ ਕਹਿੰਦੇ ਆ। ਸਭ ਤੋਂ ਪਹਿਲਾਂ ਹੈ ਲਾਅ ਆਫ ਸੈਗਰੀਗੇਸ਼ਨ ਐਂਡ ਡੋਮੀਨੈਂਸ, ਦੂਸਰਾ ਹੈ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ। ਇਹ ਦੋ ਲਾਅ ਜਿਹੜੇ ਉਹਨਾਂ ਨੇ ਹੈਰੀਡਿਟੀ ਦੇ ਦਿੱਤੇ ਆ। ਸਭ ਤੋਂ ਪਹਿਲਾਂ ਆਪਣੇ ਪਾਸ ਲਾਅ ਆਫ ਸੈਗਰੀਗੇਸ਼ਨ ਐਂਡ ਡੋਮੀਨੈਂਸ। ਇਹ ਕੀ ਕਹਿੰਦਾ ਹੈ ਕਿ ਅਗਰ ਕੋਈ ਇੱਕ ਗੁਣ ਜਾਂ ਇੱਕ ਟ੍ਰੇਟ ਜਿੰਦਾ ਕੋਈ ਵੀ ਗੁਣ ਹੈ ਜੋ ਨੈਕਸਟ ਜਨਰੇਸ਼ਨ ਦੇ ਵਿੱਚ ਅਗਰ ਨਹੀਂ ਗਿਆ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਖਤਮ ਹੋ ਗਿਆ। ਉਹ ਗੁਣ ਮੇ ਬੀ ਨੈਕਸਟ ਜਨਰੇਸ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਅਗਰ ਆਪਾਂ ਗੱਲ ਕਰ ਲਈ ਸਭ ਤੋਂ ਪਹਿਲਾਂ ਪੇਰੈਂਟਸ ਹੈ, ਉਸਦੇ ਤੋਂ ਇਹ ਇੱਕ ਜੀਨ ਜਾਂ ਇੱਕ ਗੁਣ ਜਿਹੜਾ ਹੈ ਉਸਦੇ F1 ਜਨਰੇਸ਼ਨ ਦੇ ਵਿੱਚ ਨਹੀਂ ਗਿਆ, F1 ਜਨਰੇਸ਼ਨ ਦੇ ਵਿੱਚ ਉਹ ਡੋਮੀਨੇਟ ਨਹੀਂ ਹੋ ਪਾਇਆ। ਮੰਨ ਲਓ ਕੋਈ ਹਾਈਟ ਹੈ ਜਾਂ ਕੋਈ ਕਲਰ ਹੈ, ਆਈ ਕਲਰ ਹੈ ਜਾਂ ਹੇਅਰ ਕਲਰ ਹੈ, ਕੋਈ ਵੀ ਇੱਕ ਗੁਣ ਜਿਹੜਾ ਉਹ ਨੈਕਸਟ ਜਨਰੇਸ਼ਨ ਦੇ ਵਿੱਚ ਅਗਰ ਨਹੀਂ ਟ੍ਰਾਂਸਫਰ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੁਣ ਜਿਹੜਾ ਉਹ ਖਤਮ ਹੋ ਚੁੱਕਿਆ ਹੈ। ਉਹ ਗੁਣ ਉੱਥੇ ਹੀ ਹੁੰਦਾ, ਉਹਨਾਂ ਦੇ ਵਿੱਚ ਹੁੰਦਾ, ਲੇਕਿਨ ਫਿਰ ਉਹ ਹੋ ਸਕਦਾ ਕਿ ਉਹ F2 ਜਨਰੇਸ਼ਨ ਦੇ ਵਿੱਚ ਯਾਨੀ ਕਿ ਨੈਕਸਟ ਜਨਰੇਸ਼ਨ ਦੇ ਵਿੱਚ ਉਹ ਦੇਖਣ ਨੂੰ ਮਿਲ ਸਕਦਾ ਹੈ। ਮੇ ਵੀ ਤੁਸੀਂ ਦੇਖਿਆ ਹੋਏਗਾ ਤੁਹਾਡੇ ਬਹੁਤ ਸਾਰੇ ਗੁਣ ਜਿਹੜੇ ਆ, ਬਹੁਤ ਸਾਰੀ ਚੀਜ਼ਾਂ ਜ਼ਰੂਰੀ ਨਹੀਂ ਹੈ ਕਿ ਅਗਰ ਤੁਹਾਡੇ ਉਹ ਫਾਦਰ ਨਾਲ ਨਹੀਂ ਮਿਲ ਰਹੀਆਂ, ਕਈ ਵਾਰ ਡਾਇਰੈਕਟ ਤੁਹਾਡੇ ਜਿਹੜੇ ਉਹ ਤੁਹਾਡੇ ਗ੍ਰੈਂਡਫਾਦਰ ਨਾਲ, ਤੁਹਾਡੇ ਦਾਦਾ ਦਾਦੀ ਨਾਲ ਉਹ ਚੀਜ਼ ਜਿਹੜੀ ਆ ਉਹ ਮਿਲਦੀ ਹੁੰਦੀ ਹੈ। ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਜੋ ਦਾਦਾ ਦਾਦੀ ਦੇ ਵਿੱਚ ਹੁੰਦੀਆਂ ਨੇ ਉਹ ਤੁਹਾਡੇ ਫਾਦਰ ਦੇ ਵਿੱਚ ਜਾਂ ਤੁਹਾਡੀ ਮਦਰ ਦੇ ਵਿੱਚ ਨਾ ਹੋ ਕੇ ਤੁਹਾਡੇ ਵਿੱਚ ਉਹ ਜਿਹੜੇ ਗੁਣ ਹੈ ਕਰੈਕਟਰਿਸਟਿਕਸ ਹੈ ਉਹ ਦਿਖਾਈ ਦਿੰਦੇ ਨੇ। ਸੋ ਜਿਹੜੇ ਗੁਣ ਹੁੰਦੇ ਨੇ ਜਾਂ ਜੋ ਟ੍ਰੇਟਸ ਹੁੰਦੇ ਨੇ ਜੋ ਵੀ ਕਰੈਕਟਰਿਸਟਿਕਸ ਹੋ ਗਏ ਤਾਂ ਪੇਰੈਂਟਸ ਆਫ ਸਪਰਿੰਗ ਦੇ ਵਿੱਚ ਅਗਰ ਇੱਕ ਜਨਰੇਸ਼ਨ ਦੇ ਵਿੱਚ ਨਹੀਂ ਆਏ ਤਾਂ ਹੋ ਸਕਦਾ ਉਹ ਨੈਕਸਟ ਜਨਰੇਸ਼ਨ ਦੇ ਵਿੱਚ, ਫਿਊਚਰ ਜਨਰੇਸ਼ਨ ਦੇ ਵਿੱਚ ਉਹ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ। ਸੋ ਇਹ ਕਹਿੰਦਾ ਫਸਟ law of segregation and dominance. If the traits of one gene are not manifest in one generation, it does not mean that they die. They may become dominant in the future generations. ਨੈਕਸਟ ਹੈ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ। ਇਸਦਾ ਮਤਲਬ ਇਹ ਹੈ ਕਿ ਇੱਕ ਜੀਨ ਜਿਹੜਾ ਆ, ਇੱਕ ਕਰੈਕਟਰਿਸਟਿਕ ਹੈ, ਉਹ ਦੂਸਰੇ ਕਰੈਕਟਰਿਸਟਿਕਸ ਤੋਂ ਇੰਡੀਪੈਂਡੈਂਟ ਹੁੰਦਾ। ਮੇ ਬੀ ਇੱਕ ਕਰੈਕਟਰਿਸਟਿਕ ਜਿਹੜਾ ਡੋਮੀਨੈਂਟ ਹੋ ਕੇ ਦਿਖਾਈ ਦੇ ਰਿਹਾ ਹੈ, ਜ਼ਰੂਰੀ ਨਹੀਂ ਕਿ ਅਗਰ ਇੱਕ ਕਰੈਕਟਰਿਸਟਿਕ ਮਿਲ ਰਿਹਾ ਤਾਂ ਦੂਸਰੇ ਕਰੈਕਟਰਿਸਟਿਕ ਵੀ ਜਿਹੜੇ ਆ ਉਹ ਨੈਕਸਟ ਜਨਰੇਸ਼ਨ ਦੇ ਨਾਲ ਮਿਲਦੇ ਹੀ ਹੋਣਗੇ। ਮੇ ਬੀ ਫੋਰ ਐਗਜ਼ਾਮਪਲ ਤੁਹਾਡੇ ਪੇਰੈਂਟਸ ਦੇ ਨਾਲ ਤੁਹਾਡੀ ਮੇ ਬੀ ਅਗਰ ਕਲਰ, ਤੁਹਾਡਾ ਸਕਿਨ ਕਲਰ ਜਿਹੜਾ ਉਹ ਮੈਚ ਕਰ ਰਿਹਾ ਤਾਂ ਤੁਹਾਡੀ ਹਾਈਟ ਮੇ ਬੀ ਮੈਚ ਨਾ ਕਰੇ, ਜਾਂ ਆਈ ਕਲਰ ਮੈਚ ਕਰ ਰਿਹਾ ਤਾਂ ਹੇਅਰ ਕਲਰ ਮੈਚ ਨਾ ਕਰੇ। ਤਾਂ ਹਰ ਇੱਕ ਕਰੈਕਟਰਿਸਟਿਕ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੈ। ਕੋਈ ਕਰੈਕਟਰ ਮੈਚ ਕਰ ਸਕਦਾ ਤਾਂ ਕੋਈ ਕਰੈਕਟਰ ਮੈਚ ਨਹੀਂ ਕਰ ਸਕਦਾ। ਇਹ ਨਹੀਂ ਹੈ ਕਿ ਇੱਕ ਕਰੈਕਟਰ ਅਗਰ ਮੈਚ ਕਰੇਗਾ ਤਾਂ ਦੂਸਰਾ ਜਿਹੜਾ ਹੈ ਉਹ ਕਰੈਕਟਰ ਵੀ ਜ਼ਰੂਰੀ ਹੀ ਮੈਚ ਕਰੇਗਾ ਹੀ ਕਰੇਗਾ। ਸੋ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਕਹਿੰਦਾ ਦਿਸ ਲਾਅ ਐਕਸਪਲੇਨਸ ਦੈਟ ਡਿਸਟ੍ਰੀਬਿਊਸ਼ਨ ਆਫ ਵਨ ਜੈਨੇਟਿਕ ਟ੍ਰੇਟ ਡਜ਼ਨਟ ਇਨਫਲੂਐਂਸ ਦ ਡਿਸਟ੍ਰੀਬਿਊਸ਼ਨ ਆਫ ਅਦਰ ਟ੍ਰੇਟਸ। ਤੇ ਇਹ ਨਹੀਂ ਹੈ ਕਿ ਅਗਰ ਇੱਕ ਟ੍ਰੇਟ ਜਾਂ ਇੱਕ ਕਰੈਕਟਰਿਸਟਿਕ ਜਿਹੜਾ ਉਹ ਮੈਚ ਕਰ ਰਿਹਾ ਤਾਂ ਦੂਸਰਾ ਉਸ ਚੀਜ਼ ਨਾਲ ਇਫੈਕਟ ਹੋਏਗਾ ਤਾਂ ਉਹ ਵੀ ਮੈਚ ਕਰੇਗਾ ਹੀ। ਹਰ ਇੱਕ ਕਰੈਕਟਰਿਸਟਿਕ ਦਾ ਆਪਣਾ ਜਿਹੜਾ ਇਨਫਲੂਐਂਸ ਹੈ, ਆਪਣੇ ਅਕੋਰਡਿੰਗ ਜਿਹੜਾ ਉਹ ਮੈਚ ਕਰਦਾ। ਕੋਈ ਕਰੈਕਟਰਿਸਟਿਕ ਜਿਹੜਾ ਉਹ ਮੈਚ ਨਹੀਂ ਕਰਦਾ ਜਾਂ ਫਿਰ ਨੈਕਸਟ ਜਨਰੇਸ਼ਨ ਦੇ ਵਿੱਚ ਉਹ ਆ ਸਕਦਾ। ਹਾਂਜੀ, ਲਾਸਟ ਆਪਾਂ ਦੇਖਦੇ ਹਾਂ ਕਿ ਇਸ ਚੀਜ਼ ਦੀ ਜੋ ਵੀ ਆਪਾਂ ਹੁਣ ਤੱਕ ਹੈਰੀਡਿਟੀ ਐਨਵਾਇਰਨਮੈਂਟ ਦਾ ਇਫੈਕਟ ਇੱਕ ਬੱਚੇ ਦੀ ਡਿਵੈਲਪਮੈਂਟ 'ਤੇ ਪੜਿਆ, ਉਸ ਚੀਜ਼ ਦਾ ਐਜੂਕੇਸ਼ਨਲ ਇੰਪਲੀਕੇਸ਼ਨਸ ਕੀ ਹੈ, ਲਾਈਕ ਇੱਕ ਟੀਚਰ ਨੂੰ ਇਹ ਸਾਰੀਆਂ ਚੀਜ਼ਾਂ ਕਿਉਂ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਆਪਾਂ ਤੁਹਾਨੂੰ ਲਾਸਟ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਜੋ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਹਰ ਇੱਕ ਵਿਅਕਤੀ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ, ਔਰ ਇੰਡੀਵਿਜੂਅਲ ਡਿਫਰੈਂਸਿਸ ਦੋ ਹੀ ਕਾਰਨਾਂ ਕਰਕੇ ਹੁੰਦੇ ਆ, ਇੱਕ ਹੈਰੀਡਿਟੀ, ਇੱਕ ਇਨਵਾਇਰਨਮੈਂਟ ਕਰਕੇ। ਸੋ ਇੱਕ ਵਿਅਕਤੀ ਦੇ ਵਿੱਚ ਜੋ ਵਿਅਕਤੀਗਤ ਭਿੰਨਤਾਵਾਂ ਦੋ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਹੈਰੀਡਿਟੀ ਤੋਂ ਮਿਲਣ ਵਾਲੇ ਕਰੈਕਟਰਿਸਟਿਕਸ ਤੇ ਉਹਨਾਂ ਨੂੰ ਮਿਲਣ ਵਾਲੇ ਇਨਵਾਇਰਨਮੈਂਟ ਤੇ ਉਸ ਇਨਵਾਇਰਨਮੈਂਟ ਤੋਂ ਆਪਣੀ ਸੈਂਸਿਸ ਨੂੰ ਯੂਜ਼ ਕਰਕੇ ਲੈਣ ਵਾਲੀ ਐਜੂਕੇਸ਼ਨ ਤੇ ਡਿਪੈਂਡ ਕਰਦੀਆਂ ਨੇ। ਸੋ ਇਹਨਾਂ ਚੀਜ਼ਾਂ ਕਰਕੇ ਦੋ ਵਿਅਕਤੀਆਂ ਦੇ ਵਿੱਚ ਜਾਂ ਦੋ ਬੱਚਿਆਂ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਜਿਹੜੇ ਆ ਉਹ ਪਾਏ ਜਾਂਦੇ ਆ। ਸੋ ਇੱਕ ਟੀਚਰ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਟੂਡੈਂਟਸ ਦੇ ਇੰਡੀਵਿਜੂਅਲ ਡਿਫਰੈਂਸਿਸ ਜਿਹੜੇ ਆ ਉਹ ਸਮਝੇ ਕਿ ਉਹਨਾਂ ਦੇ ਵਿੱਚ ਕਿਹੜੀਆਂ ਵਿਅਕਤੀਗਤ ਭਿੰਨਤਾਵਾਂ ਨੇ। ਹਰ ਇੱਕ ਬੱਚੇ ਦੇ ਵਿੱਚ ਜੋ ਗੁਣ ਨੇ ਉਹਨਾਂ ਨੂੰ ਸਮਝੇ ਕਿ ਉਹ ਕਿਸ ਚੀਜ਼ ਦੇ ਵਿੱਚ ਉਸਦਾ ਇੰਟਰਸਟ ਹੈ ਔਰ ਕਿਹੜੇ ਗੁਣਾਂ ਨੂੰ ਉਸਦਾ ਡਿਵੈਲਪ ਕੀਤਾ ਜਾ ਸਕਦਾ। ਇਸ ਚੀਜ਼ ਨੂੰ ਸਮਝਣ ਲਈ ਉਹ ਤਾਂ ਹੀ ਸਮਝ ਸਕਦਾ ਅਗਰ ਉਸਨੇ ਸਾਰਾ ਕਨਸੈਪਟ ਜਿਹੜਾ ਹੈਰੀਡਿਟੀ ਇਨਵਾਇਰਨਮੈਂਟ ਦਾ ਕਨਸੈਪਟ ਕਲੀਅਰ ਹੋਏਗਾ। ਉਸਨੂੰ ਇੱਕ ਟੀਚਰ ਨੂੰ ਆਪਣੇ ਸਾਰੇ ਹੀ ਸਟੂਡੈਂਟਸ ਨੂੰ ਇਕੁਅਲੀ ਟਰੀਟ ਕਰਨਾ ਚਾਹੀਦਾ। ਇਕੁਅਲੀ ਟਰੀਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇੱਕੋ ਹੀ ਚੀਜ਼ ਸਾਰਿਆਂ ਨੂੰ ਸਿਖਾਉਣੀ ਚਾਹੀਦੀ ਹੈ, ਕਿਉਂਕਿ ਕੋਈ ਬੱਚਾ ਕਿਸੇ ਚੀਜ਼ ਦੇ ਵਿੱਚ ਤੇਜ਼ ਹੋ ਸਕਦਾ, ਕੋਈ ਬੱਚਾ ਦੂਸਰੀ ਚੀਜ਼ ਦੇ ਵਿੱਚ ਤੇਜ਼ ਹੋ ਸਕਦਾ। ਸਾਰੇ ਬੱਚਿਆਂ ਦੇ ਗੁਣਾਂ ਦੀ ਰਿਸਪੈਕਟ ਜਿਹੜੀ ਉਹ ਇਕੁਅਲ ਲੈਵਲ 'ਤੇ ਕੀਤੀ ਜਾਣੀ ਚਾਹੀਦੀ ਹੈ, ਤੇ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਜਿਹਨੂੰ ਉਸ ਤਰ੍ਹਾਂ ਦੀ ਐਜੂਕੇਸ਼ਨ ਜਾਂ ਉਸ ਲੈਵਲ 'ਤੇ ਜਾ ਕੇ ਉਹ ਐਜੂਕੇਸ਼ਨ ਜਿਹੜੀ ਹੈ ਦੇਣੀ ਚਾਹੀਦੀ ਹੈ। ਇੱਕ ਬੱਚੇ ਦੀ ਜਿਸ ਵੀ ਤਰ੍ਹਾਂ ਦੀ ਜ਼ਰੂਰਤ ਹੈ ਉਹ ਜ਼ਰੂਰਤ ਨੂੰ ਪੂਰਾ ਕਰਨਾ ਚਾਹੀਦਾ।
ਥਰਡ ਕਿ ਉਸਨੂੰ ਬੈਸਟ ਇਨਵਾਇਰਨਮੈਂਟ ਦੇਣਾ ਚਾਹੀਦਾ ਹੈ। ਹਰ ਇੱਕ ਬੱਚਾ ਕੋਈ ਮਿਊਜ਼ਿਕ ਦੇ ਵਿੱਚ ਅੱਛਾ ਹੁੰਦਾ ਹੈ, ਕੋਈ ਪੇਂਟਿੰਗ ਦੇ ਵਿੱਚ ਅੱਛਾ ਹੁੰਦਾ ਹੈ, ਸਪੋਰਟਸ ਦੇ ਵਿੱਚ ਅੱਛਾ ਹੁੰਦਾ ਹੈ, ਤਾਂ ਉਸਨੂੰ ਜਿਸ ਤਰ੍ਹਾਂ ਦਾ ਵੀ ਇਨਵਾਇਰਨਮੈਂਟ ਚਾਹੀਦਾ ਉਸਨੂੰ ਉਸ ਤਰ੍ਹਾਂ ਦਾ ਬੈਸਟ ਇਨਵਾਇਰਨਮੈਂਟ ਪ੍ਰੋਵਾਈਡ ਕਰਨਾ ਚਾਹੀਦਾ ਥਰੂ ਟੀਚਰ ਨੂੰ ਪ੍ਰੋਵਾਈਡ ਕਰਨਾ ਚਾਹੀਦਾ, ਸਕੂਲ ਨੂੰ ਪ੍ਰੋਵਾਈਡ ਕਰਨਾ ਚਾਹੀਦਾ, ਸੁਸਾਇਟੀ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਗੁਣਾਂ ਨੂੰ ਛੁਪਾਏ ਨਹੀਂ। ਉਸਦੇ ਵਿੱਚ ਜੋ ਵੀ ਉਸਦੇ ਗੁਣ ਨੇ ਜਾਂ ਜਿਸ ਵੀ ਫੀਲਡ ਦੇ ਵਿੱਚ ਉਸਦਾ ਇੰਟਰਸਟ ਹੈ ਉਸਨੂੰ ਉਸ ਫੀਲਡ ਦੇ ਵਿੱਚ ਮੋਟੀਵੇਟ ਕਰਕੇ ਉਸਦੇ ਉਹਨਾਂ ਗੁਣਾਂ ਨੂੰ ਡਿਵੈਲਪ ਕਰਨਾ ਚਾਹੀਦਾ ਤਾਂ ਕਿ ਉਸਦਾ ਡਿਵੈਲਪਮੈਂਟ ਜਿਹੜਾ ਵਧੀਆ ਹੋਵੇ ਅਤੇ ਉਹ ਇੱਕ ਵਧੀਆ ਸ਼ਖਸੀਅਤ ਵਾਲਾ ਪਰਸਨ ਬਣ ਸਕੇ। ਸੋ ਇਹ ਸੀਗਾ ਜੀ ਅੱਜ ਹੈਰੀਡੀਟੀ ਇਨਵਾਇਰਨਮੈਂਟ ਬਾਰੇ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਨੂੰ ਦਿੱਤੀ ਹੈ। ਇਸ ਦੇ ਅਕੋਰਡਿੰਗ ਥੋੜਾ ਚੈਪਟਰ 3 ਜਿਹੜਾ ਕੰਪਲੀਟ ਹੋ ਚੁੱਕਿਆ ਸਿਲੇਬਸ ਦੇ ਅਕੋਰਡਿੰਗ। ਆਈ ਹੋਪ ਤੁਹਾਨੂੰ ਸਾਰੀ ਚੀਜ਼ ਜਿਹੜੀ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਆਈ ਹੋਪ ਵੀਡੀਓ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਅਗਰ ਵੀਡੀਓ ਯੂਜ਼ਫੁਲ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਦੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਪਹੁੰਚਦੀ ਰਹੇ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਪ੍ਰੀਵੀਅਸ ਈਅਰ ਪੇਪਰਸ, ਉਹਨਾਂ ਦੀ PDF ਤੇ ਉਹਨਾਂ ਦੇ ਸੋਲੂਸ਼ਨਸ ਜਿਹੜੇ ਤੁਹਾਨੂੰ ਟੈਲੀਗ੍ਰਾਮ ਚੈਨਲ ਤੋਂ ਹੀ ਮਿਲਣਗੇ। ਸੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਇਸ ਤੋਂ ਇਲਾਵਾ ਤੁਹਾਨੂੰ ਇਸ ਤੋਂ ਪਹਿਲਾਂ ਵਾਲੇ ਸਾਰੇ ਲੈਕਚਰਸ ਜਿਹੜੇ ਆ ਉਹ ਜ਼ਰੂਰ ਦੇਖ ਲਏ ਹੋਣਗੇ। MCQs ਦੀ ਸੀਰੀਜ਼ ਜਿਹੜੀ ਆ ਉਹ ਵੀ ਆਪਾਂ ਸ਼ੁਰੂ ਕੀਤੀ ਹੋਈ ਹੈ ਜਿੱਥੇ ਤੁਸੀਂ ਆਪਣੇ MCQs ਦੀ ਪ੍ਰੈਕਟਿਸ ਕਰ ਸਕਦੇ ਹੋ। ਅਗਰ ਹਾਲੇ ਤੱਕ ਤੁਹਾਨੂੰ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਆਈ ਬਟਨ ਤੇ ਉਹਨਾਂ ਦਾ ਲਿੰਕ ਹੈਗਾ, ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓਜ਼ ਨੂੰ ਦੇਖੋ, ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ।